वाहिगुरु जी का खालसा वाहिगुरु जी की फतेह। आगे सुख मेरे मीता पाछी आनंद ब्रह्म कीता। आगे सुख मेरे मीता पाछी आनंद ब्रह्म कीता। पाछी आनंद ब्रह्म कीता। परमेश्वर बनत बनाई। परमेश्वर बनत बनाई। फिर डोलत कते हो नाही।
साचे साहिब स्यों मन मानिया, साचे साहिब स्यों मन मानिया, हरि सरब निरंतर जानिया, हरि सरब निरंतर जानिया, आगे सुख मेरे मीता, पाछे पाछे आनंद प्रभ कीता। सब जी तेरे दयाला, सब जी तेरे दयाला, अपने भगत करे प्रतिपाला, अपने भगत करे प्रतिपाला, आगे सुख मेरे मीता, पाछे आनंद प्रभ कीता, पाछे आनंद प्रभ कीता। आचार्य तेरी वडियाई, आचार्य तेरी वडियाई, आचार्य तेरी वडियाई, नित्य नानक नाम ते आई, नित्य नानक नाम ते आई, आगे सुख मेरे मीता, पाछे आनंद प्रभ कीता, आनंद प्रभ कीता। साचे साहिब स्यों मन मानिया, साचे साहिब स्यों मन मानिया, हरि सरब निरंतर जानिया, हरि सरब निरंतर जानिया, आगे सुख मेरे मीता, पाछे आनंद प्रभ कीता, पाछे आनंद प्रभ कीता, आगे सुख मेरे मीता, आगे सुख मेरे मीता, पाछे आनंद प्रभ कीता, पाछे आनंद प्रभ कीता, पाछे आनंद प्रभ कीता। वाहिगुरु जी का खालसा, वाहिगुरु जी की फतेह। ਅਸੀਂ ਇੱਕ ਵਾਰੀ ਫਿਰ ਮੁਮਤਾਜ਼ ਜੀ ਦਾ ਤੇ ਜਪਨੂਰ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਗੁਰਬਾਣੀ ਵਿੱਚੋਂ ਅੱਜ ਦੋ ਕੀਮਤੀ ਸ਼ਬਦਾਂ ਦੀ ਸਾਂਝ ਕੀਤੀ। ਤੇ ਜਿਵੇਂ ਕਿ ਅਸੀਂ ਸਾਰੇ ਇਸ ਗੱਲ ਤੋਂ ਜਾਣੂ ਹਾਂ ਕਿ ਲਾਸਟ ਵੀਕ ਜੋ ਕਿ ਪਿਛਲੇ ਕਾਫੀ ਸਾਰੇ ਮਹੀਨਿਆਂ ਤੋਂ ਸਿਮਰਨ ਕੀ ਹੁੰਦਾ ਹੈ ਐਜ਼ ਪਰ ਗੁਰਬਾਣੀ,
ਅਸੀਂ ਉਹ ਸਮਝਣ ਦਾ ਯਤਨ ਕਰ ਰਹੇ ਸੀ ਤੇ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਕੀਮਤੀ ਪੁਆਇੰਟਸ ਬੜੀ ਡਿਟੇਲ ਲੜੀਵਾਰ ਤਰੀਕੇ ਨਾਲ ਸਮਝਣ ਦਾ ਉਦਮ ਕੀਤਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਉਹ ਲੈਅਬੱਧਤਾ ਕਿਵੇਂ ਆ ਸਕਦੀ ਹੈ ਜਾਂ ਫਿਰ ਮੈਂ ਸੱਚ ਨਾਲ ਕਿਵੇਂ ਜੁੜ ਸਕਦਾ, ਉਹਦੇ ਵਾਸਤੇ ਮੈਨੂੰ ਕੀ ਕੀ ਉਦਮ ਕਰਨੇ ਚਾਹੀਦੇ ਨੇ। ਤੇ ਅੱਜ ਅਸੀਂ ਇੱਕ ਨਵਾਂ ਲੜੀਵਾਰ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਨੂੰ ਵੀਰ ਜੀ ਨੇ ਇੱਕ ਬੁੱਕ ਵਿੱਚ ਆਲਰੇਡੀ ਪ੍ਰਿੰਟਡ ਕਰਕੇ ਅਸੀਂ ਸਾਰਿਆਂ ਨਾਲ ਸਾਂਝ ਕੀਤੀ ਹੈ। ਜੇ ਕਿਸੇ ਨੂੰ ਉਸ ਕਿਤਾਬ ਦੀ ਲੋੜ ਹੋਏ ਤਾਂ ਉਹ ਪਲੀਜ਼ ਸਾਨੂੰ ਚੈਟ ਵਿੱਚ ਮੈਸੇਜ ਕਰ ਸਕਦੇ ਨੇ, ਜਿਸ ਦਾ ਸਿਰਲੇਖ ਹੈ ਗੁਰਬਾਣੀ 'ਚ ਅਖਾਣ। ਸੋ ਹੁਣ ਮੈਂ ਰਿਕੁਐਸਟ ਕਰਾਂਗਾ ਪੁਸ਼ਪਿੰਦਰ ਵੀਰ ਜੀ ਦੇ ਮੰਮੀ ਨੂੰ ਕਿ ਪਲੀਜ਼ ਉਹ ਸਾਡੇ ਨਾਲ ਜਿਹੜਾ ਪਹਿਲਾ ਅਖਾਣ ਹੈ ਉਸਨੂੰ ਬੁੱਕ ਵਿੱਚੋਂ ਪੜ੍ਹਨ ਤੇ ਉਸ ਤੋਂ ਬਾਅਦ ਵੀਰ ਜੀ ਸਾਡੇ ਨਾਲ ਉਸ ਦੀ ਜਿਹੜੀ ਵਿਚਾਰ ਹੈ ਉਹ ਸ਼ੇਅਰ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਮ ਵਿੱਚ ਪੈਣਾ। ਅਸਲੀਅਤ ਨੂੰ ਦੇਖੇ, ਸੁਣੇ, ਸਮਝੇ ਅਤੇ ਮਹਿਸੂਸ ਕੀਤੇ ਬਿਨਾ ਮਨ ਦੀ ਜੋ ਦਸ਼ਾ ਹੁੰਦੀ ਹੈ ਉਸੇ ਨੂੰ ਭਰਮ ਕਹਿੰਦੇ ਹਨ। ਜੋ ਕੁਝ ਮਨ ਦੇਖਦਾ, ਸੁਣਦਾ ਅਤੇ ਸਮਝਦਾ ਰਹਿੰਦਾ ਹੈ ਉਹ ਅਸਲੀਅਤ ਨਹੀਂ ਹੁੰਦੀ, ਬਲਕਿ ਭਰਮ ਹੀ ਹੁੰਦਾ ਹੈ। ਮਨ ਦੇ ਭਰਮ ਕਾਰਨ ਰੱਸੀ ਵੀ ਸੱਪ ਲੱਗਦੀ ਹੈ। ਗੁਰਬਾਣੀ ਕਹਿੰਦੀ ਹੈ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਜਿਸ ਅਕਲ, ਸੂਝ ਬੂਝ ਅਤੇ ਬੁੱਧੀ ਨਾਲ ਅਸਲੀਅਤ ਨਜ਼ਰ ਆ ਜਾਵੇ ਉਸੇ ਬੁੱਧੀ ਨੂੰ ਵਿਵੇਕ ਬੁੱਧੀ ਕਹਿੰਦੇ ਹਨ। ਇਸੇ ਵਿਵੇਕ ਬੁੱਧੀ ਦੇ ਕਾਰਨ ਰੱਸੀ ਅਤੇ ਸੱਪ ਵਿੱਚ ਫਰਕ ਸਾਫ਼-ਸਾਫ਼ ਨਜ਼ਰ ਆ ਜਾਂਦਾ ਹੈ। ਸੱਚ ਦੀ ਬਾਣੀ, ਗੁਰਬਾਣੀ ਦੀ ਵਿਚਾਰ ਕਰਨ ਦੇ ਨਾਲ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਹੁਣ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਸਾਡੇ ਨਾਲ ਉਹ ਪਿਛਲਾ ਰੀਕੈਪ ਕਰਨ ਤੇ ਫਿਰ ਜੋ ਮੰਮੀ ਜੀ ਨੇ ਰੀਡ ਕੀਤਾ ਹੈ ਉਹਦੇ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਅਸਲਾਮ ਅਲੈਕਮ, ਗੁੱਡ ਈਵਨਿੰਗ ਇੰਡੀਆ ਅਤੇ ਗੁੱਡ ਮਾਰਨਿੰਗ ਬਾਕੀ ਵੈਸਟਰਨ ਕੰਟਰੀਜ਼ ਦਾ। ਜਿਹੜੀਆਂ ਜਸਨੂਰ ਔਰ ਗੁਣਤਾਸ ਨੇ ਸ਼ਬਦ ਗਾਇਨ ਕੀਤਾ, ਇਹਨਾਂ ਦਾ ਧੰਨਵਾਦ, ਇਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ। ਔਰ ਅਮਨ ਜੀ, ਅੱਜ ਤੁਸੀਂ ਨਵਾਂ ਟੌਪਿਕ ਲੈ ਕੇ ਆਏ ਹੋ, ਜਿਸ ਤਰ੍ਹਾਂ ਕਿ ਜੁਝਾਰ ਔਰ ਪੁਸ਼ਪਿੰਦਰ ਨੇ ਪੋਸਟਰ ਬਣਾਇਆ, ਉਹਦੇ ਮੁਤਾਬਕ ਅਸੀਂ ਸਿਮਰਨ ਦੀਆਂ ਬਰਕਤਾਂ ਦਾ ਰੀਕੈਪ ਕਰਾਂਗੇ। ਉਹਦਾ ਸਾਡਾ ਜਿਹੜਾ ਅਸੀਂ ਲਾਸਟ ਵੀਕ ਤੱਕ ਪੁਆਇੰਟ ਡਿਸਕਸ ਕਰ ਰਹੇ ਸੀ, ਭਾਵੇਂ ਉਹਦੇ ਬੇਅੰਤ ਪੁਆਇੰਟਸ ਨੇ, ਉਹਨਾਂ 'ਚ ਸਾਡਾ ਚੱਲਦਾ ਪਿਆ ਸਿਮਰਨ ਦੀਆਂ ਬਰਕਤਾਂ 'ਚ ਸਾਨੂੰ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਅਸੀਂ ਸਾਡੀ ਜੀਵਨ ਜਾਂਚ ਵਿੱਚ ਕੀ ਵਿਵਹਾਰ ਸਾਡਾ ਬਣ ਜਾਂਦਾ ਹੈ ਅਤੇ ਸਾਡਾ ਉਹ ਜਿਹੜਾ ਐਟੀਟਿਊਡ ਹੈ ਉਹ ਕੈਸਾ ਹੋ ਜਾਂਦਾ ਹੈ, ਉਹ ਸਿਮਰਨ ਦੀਆਂ ਬਰਕਤਾਂ ਦਾ ਸਦਕਾ ਹੁੰਦਾ ਹੈ। ਅਸੀਂ ਫਿਰ ਕੈਸੇ ਵਾਲੀਆਂ ਡੀਡਸ ਕਰਦੇ ਹਾਂ, ਕੈਸੇ ਵਾਲੀ ਸਾਡੀ ਸੋਚ ਵਿਚਾਰ ਹੁੰਦੀ ਹੈ ਜੋ ਸਾਨੂੰ ਹਮੇਸ਼ਾ ਸਿਮਰਨ ਦੀ ਅਵਸਥਾ 'ਚ ਰੱਖਦੀ ਹੈ, ਜਿਹਨੂੰ 8 ਪਹਿਰ ਆਰਾਧੀਏ ਕਹਿੰਦੇ ਨੇ। ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਾਰੇ ਹਰੀ ਹਰ ਗਾਈਏ ਕਹਿੰਦੇ ਨੇ। ਜਿਸ ਨੂੰ ਗੁਰ ਕੀ ਸੇਵਾ ਕਰੋ ਦਿਨ ਰਾਤ ਕਹਿੰਦੇ ਨੇ, ਜਿਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਚੰਗੇ ਗੁਣਾਂ ਦੀਆਂ ਵਿਚਾਰਾਂ ਨੂੰ ਕਰਨਾ, ਆਪਣੀ ਇੰਟਰੋਸਪੈਕਸ਼ਨ ਕਰਨੀ ਔਰ ਉਹਨਾਂ ਨੂੰ ਹਮੇਸ਼ਾ 24 ਘੰਟੇ 7 ਦਿਨ ਉਮਰ ਦੇ ਹਰ ਪੜਾਅ ਵਿੱਚ ਜੀਣ ਦਾ ਦ੍ਰਿੜ ਕਰਕੇ ਆਪਣਾ ਵਿਵਹਾਰ ਬਣਾਉਣਾ। ਤਾਂ ਉਹਦੇ ਵਿੱਚ ਬੇਅੰਤ ਪੁਆਇੰਟ ਡਿਸਕਸ ਹੁੰਦੇ ਹਨ ਤੇ ਅਸੀਂ ਲਾਸਟ ਵੀਕ ਤੱਕ ਪੁਆਇੰਟ ਡਿਸਕਸ ਕਰ ਰਹੇ ਸੀ ਕਿ ਜੇਕਰ ਮੈਂ
ਭਰਮ, ਵਹਿਮ ਅਤੇ ਅੰਧ ਵਿਸ਼ਵਾਸ ਤੋਂ ਉੱਚਾ ਰਹਿੰਦਾ ਹਾਂ ਤਾਂ ਇਹ ਵੀ ਸਿਮਰਨ ਦੀਆਂ ਬਰਕਤਾਂ ਦਾ ਸਦਕਾ ਹੈ। ਤਾਂ ਮਾਨੋ ਮੈਂ ਸਿਮਰਨ ਦੀ ਅਵਸਥਾ ਵਿੱਚ ਹਾਂ, ਤਾਂ ਮਾਨੋ ਮੈਂ ਰੱਬ ਜੀ ਦਾ ਨਾਮ ਲੈ ਰਿਹਾ, ਕਿਉਂਕਿ ਜੋ ਰੱਬ ਜੀ ਦਾ ਨਾਮ ਵਿਸਾਰਦੇ ਨਹੀਂ ਨੇ, ਉਹਨਾਂ ਦੇ ਕੰਪੈਰੀਜ਼ਨ ਵਿੱਚ ਜੋ ਵਿਸਾਰ ਦਿੰਦੇ ਨੇ ਕੀ ਹੁੰਦਾ ਹੈ, ਜਿਹੜੇ ਰੱਬ ਦਾ ਨਾਮ ਵਿਸਾਰ ਦਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗੱਲਿਆ। ਉਹ ਏਕ ਜਿਸ ਨੂੰ ਚੇਤਨਾ ਹੈ, ਚੇਤਸ ਨਹੀਂ ਕਰਦਾ ਔਰ ਯਾਦ ਰੱਖਣਾ ਚਾਹੀਦਾ ਸੀ, ਉਹ ਸਾਡੇ ਅੰਦਰ ਹੈ। ਕੋਈ ਉੱਪਰ ਆਸਮਾਨ ਤੇ ਬਾਹਰ ਕਿਧਰੇ ਨਹੀਂ ਬੈਠਾ ਹੋਇਆ। ਤੇ ਜੋ ਸਾਡੇ ਅੰਦਰ ਹੈ ਉਹਨੂੰ ਜਪਜੀ ਸਾਹਿਬ ਵਿੱਚ ਅਸੀਂ ਸਮਝਿਆ ਕਿ ਸਾਡੇ ਸਭ ਦੇ ਨਾਲ ਹੈ, ਉਹਨੂੰ ਨਾਨਕ ਲਿਖਿਆ ਨਾਲ ਕਹਿੰਦੇ ਨੇ। ਉਹਦਾ ਜਿਹੜਾ ਸੁਨੇਹਾ ਮਿਲਦਾ ਹੈ ਉਹਨੂੰ ਅਸੀਂ ਫੋਲੋ ਜੇ ਨਾ ਕਰੀਏ, ਮਾਨੋ ਮੈਂ ਨਹੀਂ ਯਾਦ ਕਰ ਰਿਹਾ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗੱਲਿਆ। ਤੇਰਾ ਚੰਗਾ ਵਿਵਹਾਰ ਨਹੀਂ ਬਣੇਗਾ, ਤੇਰਾ ਵਰਚੂਸ ਦੇ ਬਦਲੇ ਵਾਈਸਿਸ ਵਾਲਾ, ਗੁਣਾ ਦੇ ਬਦਲੇ ਅਵਗੁਣਾ ਵਾਲਾ ਸੁਭਾਅ ਬਣ ਜਾਏਗਾ। ਅਵਗੁਣੀ ਸੁਭਾਅ ਬਣ ਜਾਏ ਤਾਂ ਮਾਨੋ ਅਸੀਂ ਇਨਸਾਨੀਅਤ ਦੇ ਤਲ ਤੋਂ ਸਾਡਾ ਅਵਤਰਨ ਹੋ ਗਿਆ, ਵੀ ਆਰ ਡਿਕਲਾਈਨਡ। ਔਰ ਡਿਕਲਾਈਨ ਹੋਣ ਦਾ ਕੋਈ ਅੰਤ ਨਹੀਂ ਹੈ। ਅਸੂ ਪਸ਼ੂ ਪੰਛੀ ਕੀੜੇ ਮਕੌੜਿਆਂ ਵਰਗੇ ਵਿਸ਼ਟਾ ਕੇ ਕੀੜੇ ਵਾਲਾ ਅਵਗੁਣੀ ਸੁਭਾਅ ਵਾਲਾ ਜੀਵਨ ਜੀਣ ਲੱਗ ਪੈਂਦੇ ਆ, ਉਹਨੂੰ ਮੰਦੇ ਭਾਗ ਕਹਿੰਦੇ ਨੇ। ਜੇ ਅਸੀਂ ਉਹ ਵਾਲਾ ਸੁਨੇਹਾ ਲੈਣਾ ਚਾਹੁੰਦੇ ਹਾਂ ਔਰ ਲੈ ਕੇ ਆਪਣੇ ਆਪ ਨੂੰ ਸੰਵਾਰਦੇ ਹਾਂ ਤਾਂ ਉਹਨੂੰ ਗੁਰਬਾਣੀ ਅਨੁਸਾਰ ਵੱਡੇ ਭਾਗ ਕਹਿੰਦੇ ਨੇ, ਫੋਰਚੂਨੇਟ ਕਹਿੰਦੇ ਨੇ। ਅਸੀਂ ਆਪਣੇ ਵੱਡੇ ਭਾਗ ਕਿਵੇਂ ਬਣਾਉਂਦੇ ਹਾਂ, ਅਸੀਂ ਆਪਣੀ ਡੈਸਟੀਨੀ ਕਿਵੇਂ ਬਣਾਉਂਦੇ ਹਾਂ, ਇਹਦੇ ਉੱਤੇ ਅਸੀਂ 2020 ਚ ਇੰਡੀਆ 26 ਜਨਵਰੀ ਨੂੰ ਸੈਮੀਨਾਰ ਵੀ ਕੀਤਾ ਸੀ। ਆਪਣੇ ਚੰਗੇ ਵੱਡੇ ਭਾਗ ਕਿਵੇਂ ਬਣਾਓ। ਇਹਦਾ ਮਤਲਬ ਅਸੀਂ ਇਹ ਨਹੀਂ ਮੰਨ ਕੇ ਚੱਲਦੇ ਕਿ ਪਿਛਲੇ ਜਨਮ ਦੇ ਕੋਈ ਭਾਗਾਂ ਕਰਕੇ ਸਾਡੇ ਇੱਥੇ ਚੰਗੇ ਜਾਂ ਮੰਦੇ ਭਾਗ ਬਣਦੇ ਨੇ। ਨਹੀਂ, ਇੱਥੇ ਜੇ ਅਸੀਂ ਸਤਿਗੁਰ ਦੀ ਮੱਤ ਜੋ ਨਾਨਕ ਲਿਖਿਆ ਨਾਲ ਮੇਰੇ ਨਾਲ ਹੈ, ਹਰ ਕਿਸੇ ਨਾਲ ਹੈ, ਹਰ ਕਿਸੇ ਦੇ ਅੰਦਰ ਹੈ, ਜੇ ਉਹਨੂੰ ਸੁਣ ਕੇ ਉਹਨੂੰ ਫੋਲੋ ਕਰਦੇ ਹਾਂ ਤਾਂ ਵੱਡੇ ਭਾਗ ਬਣਦੇ ਨੇ। ਉਹਨੂੰ ਸੁਣ ਕੇ ਆਪਣੇ ਅਵਗੁਣ ਮਿਟਾਉਂਦੇ ਆ ਤਾਂ ਇਹਨੂੰ ਮਸਤਕ ਭਾਗ ਮੰਦੇਰੇ ਮਿਟਾਣਾ ਕਹਿੰਦੇ ਨੇ, ਆਪਣੇ ਮੱਥੇ ਤੋਂ ਮੰਦੇ ਲੇਖ ਮਿਟਾਣਾ। ਅੱਛਾ, ਮੱਥੇ ਤੋਂ ਮੰਦੇ ਲੇਖ ਮਿਟਾਣਾ ਸਾਡਾ ਕੰਮ ਹੈ ਤਾਂ ਮਸਤਕ ਭਾਗ ਮੰਦੇਰੇ, ਇਹਦਾ ਮਤਲਬ ਇਹ ਕੋਈ ਈਡੀਅਮ ਹੈ ਜਾਂ ਕੋਈ ਫਰੇਜ਼ ਹੈ ਜਾਂ ਇਸ ਤਰ੍ਹਾਂ ਈਡੀਅਮਸ, ਫਰੇਜ਼ਿਸ ਔਰ ਮੈਟਾਫਰਸ ਬਾਹਰਲੀ ਦੁਨੀਆ ਦੇ ਸਮਾਜ ਤੋਂ ਲੈ ਕੇ ਸ੍ਰਿਸ਼ਟੀ ਦੇ ਗੁਰਬਾਣੀ ਦੇ ਅੰਦਰ ਡਿਸਕਸ ਕੀਤੇ ਗਏ ਨੇ। ਉਹਨਾਂ ਦੇ ਉੱਤੇ ਸਾਡੀ ਅੱਜ ਦੀ ਪੁਸਤਕ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸੋ ਲਿਵਿੰਗ ਟ੍ਰੈਜਰ ਦੇ ਜਿਹੜੇ ਸਟਾਲਸ ਲੱਗਦੇ ਨੇ ਬੰਗਲਾ ਸਾਹਿਬ ਜਾਂ ਕਿੱਥੇ ਵੀ ਜਦੋਂ ਐਗਜ਼ੀਬਿਸ਼ਨ ਹੁੰਦੀ ਹੈ ਤੇ ਜਦੋਂ ਸਾਡੇ ਕਿੱਥੇ ਵੀ ਪ੍ਰੋਗਰਾਮ ਹੁੰਦੇ ਨੇ ਤਾਂ ਬਾਹਰ ਜਿਹੜਾ ਸਟਾਲ ਲੱਗਦਾ ਹੈ ਤਾਂ ਅਸੀਂ ਉਹਦੇ ਸਿਮਰਨ ਚਾਰਟ ਡਿਸਕਸ ਕਰਦੇ ਹਾਂ, ਲੋਕਾਂ ਨਾਲ ਸਾਂਝ ਕਰਦੇ ਹਾਂ। ਉਹ ਸਿਮਰਨ ਚਾਰਟ ਲੋਕੀ ਲੈ ਜਾਂਦੇ ਨੇ ਆਪਣੇ ਘਰ, ਆਪਣੇ ਵਿਚਾਰ ਵਾਸਤੇ ਆਪਣੇ ਡਰਾਇੰਗ ਰੂਮ ਵਿੱਚ ਲਾਉਂਦੇ ਨੇ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਸਿਮਰਨ ਚਾਰਟ ਅਸੀਂ ਡਿਸਕਸ ਕਰ ਰਹੇ ਸੀ ਉਹਦਾ ਮਕਸਦ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਜੇਕਰ ਮੈਂ ਉਹ ਗੁਣਾਂ ਨਾਲ ਜੀਂਦਾ ਹਾਂ ਤਾਂ ਮਾਨੋ ਮੈਂ ਸਿਮਰਨ ਕਰ ਰਿਹਾ ਹਾਂ। ਔਰ ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਹੇ, ਕਿਸੇ ਨੂੰ ਮਨਾ ਨਹੀਂ ਕਰ ਰਹੇ ਕਿ ਉਹ ਗਲਤ ਕਰ ਰਹੇ ਹਨ ਜਾਂ ਠੀਕ ਕਰ ਰਹੇ ਹਨ। ਅਸੀਂ ਆਪਣੇ ਅੰਦਰ ਝਾਤੀ ਮਾਰਨੀ ਹੈ। ਸੋ ਕਿਸੇ ਦਾ ਦਿਲ ਕਰਦਾ ਹੈ ਉਹ ਇੱਕ ਲਫ਼ਜ਼ ਦਾ ਰਟਨ ਕਰਨਾ ਚਾਹੁੰਦਾ ਹੈ, ਇਹ ਉਹਨਾਂ ਦੀ ਆਪਣੀ ਖੁਸ਼ੀ ਹੈ।
ਅਸੀਂ ਬਾਣੀ ਚੋਂ ਸਿੱਖ ਰਹੇ ਹਾਂ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗੱਲਿਆ। ਇਹਦਾ ਮਤਲਬ ਉਹ ਜਿਹੜੇ ਗੁਣ ਸਾਡੇ ਨਾਲ ਸਾਨੂੰ ਦਿੱਤੇ ਗਏ ਹਨ, ਉਹਨਾਂ ਦਾ ਸੁਨੇਹਾ ਮੈਸੇਜ ਜਿੱਥੋਂ ਮਿਲਣਾ ਹੈ, ਉਹਨੂੰ ਸੁਣ ਕੇ ਅਸੀਂ ਆਪਣੇ ਮਸਤਕ ਭਾਗ ਮੰਦੇਰੇ ਮਿਟਾਉਂਦੇ ਹਾਂ, ਤੇ ਫਿਰ ਅਸੀਂ ਆਪਣੇ ਮਸਤਕ ਭਾਗ ਚੰਗੇਰੇ ਲਿਖਣਾ ਸਿੱਖਦੇ ਹਾਂ। ਉਹ ਰੋਜ਼ ਜੋ ਦ੍ਰਿੜ ਕਰਦੇ ਆ ਉਹਨੂੰ ਜਪ ਕਹਿੰਦੇ ਨੇ। ਐਵਰੀ ਡੇ ਚੰਗੇ ਚੰਗੇ ਗੁਣਾਂ ਨੂੰ ਸੁਣਨਾ, ਮਨ ਕਰਕੇ ਉਹਦੀ ਕੰਪਨੀ 'ਚ ਰਹਿਣਾ, ਸੰਗਤ 'ਚ ਰਹਿਣਾ, ਜਿੱਥੇ ਜਾਏ ਬਈਏ ਭਲਾ ਕਹੀਏ ਸਿੱਖਣਾ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣਾ ਕਈਰੀ ਛੋੜ ਅਵਗੁਣ ਚੱਲੀਏ। ਸੋ ਅਸੀਂ ਗੁਣਾ ਦੀ ਸਾਂਝ ਕਰਦੇ ਹਾਂ। ਜੇਕਰ ਅਸੀਂ ਗੁਣਾ ਦੀ ਸਾਂਝ ਕਰਦੇ ਹਾਂ ਔਰ ਫਿਰ ਅਵਗੁਣ ਛੋੜਦੇ ਜਾਂਦੇ ਹਾਂ, ਤਾਂ ਅਸੀਂ ਸਿਮਰਨ ਦੀ ਅਵਸਥਾ 'ਚ ਹਾਂ। ਤੇ ਅਸੀਂ ਲਾਸਟ ਵੀਕ ਤੱਕ ਇਹ ਪੁਆਇੰਟ ਨੂੰ ਇਸ ਤਰ੍ਹਾਂ ਵੀ ਲਿਆ ਕਿ ਜੇਕਰ ਲਾਸਟ 2 ਪੁਆਇੰਟਸ ਨੂੰ ਮੈਂ ਫਿਰ ਰੀਕੈਪ ਕਰ ਲਵਾਂ, ਉਹ ਲਾਸਟ ਦਾ ਮਤਲਬ ਉਹ ਖਤਮ ਨਹੀਂ ਹੋ ਗਏ, ਉਹ ਬੇਅੰਤ ਹਨ। ਗੁਰਸਾਗਰ ਰਤਨੀ ਭਰਪੂਰੇ ਹੈ, ਸਾਗਰ ਬੇਅੰਤ ਗੁਣਾ ਦਾ ਹੈ, ਰਤਨ ਜਵਾਹਰ ਮਾਣਿਕ ਪ੍ਰਾਪਤ ਹੁੰਦੇ ਨੇ। ਸੋ ਅਸੀਂ ਉਹ ਵਾਲੇ ਗੁਣਾ ਚੋਂ ਜੀਵਨ ਨੂੰ ਸੁਭਾਅ 'ਚ, ਐਟੀਟਿਊਡ ਵਿੱਚ ਦ੍ਰਿੜ ਕਰਦੇ ਹਾਂ, ਤਾਂ ਅਸੀਂ ਸਿਮਰਨ ਦੀ ਅਵਸਥਾ 'ਚ ਹਾਂ। ਮਾਨੋ ਸਾਨੂੰ ਸਿਮਰਨ ਦੀ ਬਰਕਤ ਪ੍ਰਾਪਤ ਹੋ ਰਹੀ ਹੈ। ਮੈਂ ਬਾਰ-ਬਾਰ ਇਹ ਲਫ਼ਜ਼ ਰਿਪੀਟ ਕਰ ਰਿਹਾ ਕਿ ਜੇ ਮੈਂ ਸਿਮਰਨ ਕਰਦਾ ਹਾਂ ਤਾਂ ਹਰ ਵੇਲੇ ਮੇਰੀ ਉਹ ਅਵਸਥਾ ਹੋਣੀ ਚਾਹੀਦੀ ਹੈ, ਕਿਉਂਕਿ ਮੈਨੂੰ ਸਿਖਾਇਆ 8 ਪੈਰ ਆਰਾਧੀਏ। 8 ਪੈਰ ਦਾ ਮਤਲਬ ਹਰ ਵੇਲੇ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ। ਹੁਣ ਜਿਹੜਾ ਬੰਦਾ ਸੁੱਤਾ ਹੋਇਆ ਉਹ ਮਾਰਗ ਤੇ ਕਿਵੇਂ ਚੱਲੇਗਾ? ਥਾਟ ਪ੍ਰੋਸੈਸ। ਉਹ ਮਾਰਗ ਤੇ ਕਿਵੇਂ ਚੱਲੇਗਾ? ਉਹਦਾ ਵਿਵਹਾਰ, ਉਹਦਾ ਬਿਹੇਵੀਅਰ, ਉਹਦਾ ਥਾਟ ਪ੍ਰੋਸੈਸ, ਉਹਦਾ ਅੰਦਰ ਦਾ ਝੂਠਾ ਜਗਤ ਖਤਮ ਕਰਕੇ, ਝੂਠਾ ਜਗਤ ਹੀ ਭਰਮ ਨਾਲ ਬਣਦਾ ਹੈ, ਉਹ ਖਤਮ ਕਰਕੇ ਸੱਚਾ ਸੁਚੱਜਾ ਇਹ ਜਗ ਸੱਚੇ ਕੀ ਕੋਠੜੀ ਵਾਲਾ ਜਗਤ ਅੰਦਰ ਕ੍ਰੀਏਟ ਕਰਨਾ। ਸੋ ਅਸੀਂ ਲਾਸਟ 2 ਪੁਆਇੰਟਸ ਨੂੰ ਇੰਜ ਕਹਿ ਕੇ, ਲਾਸਟ ਮੀਨਸ ਪਿਛਲੇ ਹਫ਼ਤਿਆਂ ਤੱਕ, ਪਹਿਲਾ ਪੁਆਇੰਟ ਕਿ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ। ਮੇਰੇ ਸਮਾਜ ਵਿੱਚ ਜ਼ੁਲਮ ਹੈ ਤਾਂ ਮੈਂ ਕਿਸੇ ਨਾਲ ਲੜਨਾ ਤਾਂ ਨਹੀਂ, ਪਰ ਮੈਂ ਉੱਠਦਿਆਂ ਬੈਠਦਿਆਂ ਆਪਣੇ ਸਮਾਜ ਵਿੱਚ ਜਿਸ ਤਰ੍ਹਾਂ ਇਸਤਰੀ ਨਾਲ ਧੱਕਾ ਹੁੰਦਾ ਹੈ, ਜਾਂ ਕਈ ਜਗ੍ਹਾ ਮੁੰਡੇ ਦੇ ਮਾਪਿਓ ਦੇ ਨਾਲ ਜਾਂ ਮੁੰਡੇ ਨਾਲ ਧੱਕਾ ਹੁੰਦਾ ਹੈ, ਜਾਂ ਕਈ ਜਗ੍ਹਾ ਡਾਊਰੀ ਸਿਸਟਮ ਦੇ ਚੱਕਰ ਵਿੱਚ ਮੁੰਡੇ ਵਾਲਿਆਂ ਨੂੰ ਫਸਾ ਦਿੱਤਾ ਜਾਂਦਾ ਹੈ, ਕੁੜੀ ਵਾਲੇ ਉਹ ਉਸ ਲਾਅ ਦਾ ਮਿਸਯੂਜ਼ ਕਰ ਲੈਂਦੇ ਨੇ, ਜਾਂ ਕਈ ਜਗ੍ਹਾ ਇਸਤਰੀ ਨਾਲ ਧੱਕਾ ਹੁੰਦਾ ਹੈ, ਕਈ ਜਗ੍ਹਾ ਫੀਮੇਲ ਫੀਟੀਸਾਈਡ ਕਿਲਿੰਗ ਹੁੰਦੀ ਹੈ, ਤਾਂ ਬੱਚੀਆਂ ਦੇ ਜੰਮਣ ਤੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਸਾਡੇ ਸਮਾਜ ਵਿੱਚ ਜ਼ੁਲਮ ਹੁੰਦਾ ਹੈ। ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਦਾ ਮਤਲਬ ਹੈ ਕਿ ਅਸੀਂ ਆਪਣਾ ਚੰਗਾ ਸਮਾਜ ਕ੍ਰੀਏਟ ਕਰੀਏ। ਆਵਾਜ਼ ਉਠਾਉਣ ਤੋਂ ਨਾਲ ਮੈਨੂੰ ਆਪਣਾ ਬਿਹੇਵੀਅਰ ਠੀਕ ਕਰਨਾ ਹੈ। ਮੈਂ ਆਪਣੇ ਪਤੀ, ਪਤਨੀ, ਬੱਚੇ, ਆਪਣੇ ਇਨ-ਲॉज ਜਾਂ ਆਪਣੇ ਪੇਰੈਂਟਸ, ਆਪਣੇ ਗ੍ਰੈਂਡ ਪੇਰੈਂਟਸ, ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਦਾ ਹਾਂ, ਉਹ ਮੇਰਾ ਡੀਲ ਕਰਨਾ ਸਿਮਰਨ ਹੋਣਾ ਚਾਹੀਦਾ ਹੈ। ਆਪਣੇ ਕੰਮਾਂ ਕਾਜਾਂ ਤੋਂ ਲੈ ਕੇ ਘਰ ਦੀ ਲਾਈਫ ਤੋਂ ਲੈ ਕੇ। ਸਾਡੇ ਇੱਥੇ ਨਿਊਯਾਰਕ ਡਾਕਟਰ ਜਤਿੰਦਰ ਸਿੰਘ ਜੀ ਨੇ, ਉਹ ਕਈ ਪ੍ਰੋਗਰਾਮਾਂ 'ਚ ਮੇਰੇ ਨਾਲ ਜਾਂਦੇ ਨੇ, ਜਾਂ ਇੰਡੀਆ ਵੀ ਸਾਲ ਵਿੱਚ ਇੱਕ ਵਾਰੀ ਆਉਂਦੇ ਨੇ, ਪਰ ਕੈਲੀਫੋਰਨੀਆ ਤੋਂ ਲੈ ਕੇ ਜਰਮਨੀ, ਅਮਰੀਕਾ, ਕੈਨੇਡਾ ਵੀ ਮੇਰੇ ਨਾਲ ਜਾਂਦੇ ਨੇ। ਤਾਂ ਉਹ ਮੈਨੂੰ ਕਹਿ ਰਹੇ ਸੀ, ਭੁਪਿੰਦਰ ਸਿੰਘ ਤੁਸੀਂ ਨਾ ਇਹ ਵਾਲਾ ਪੁਆਇੰਟ ਬਾਰ-ਬਾਰ ਰਿਪੀਟ ਕਰਿਆ ਕਰੋ ਕਿ ਜਦੋਂ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਤਾਂ ਅਸੀਂ ਉੱਥੋਂ ਜਦੋਂ ਬਾਣੀ ਸੁਣ ਲੈਂਦੇ ਹਾਂ ਤਾਂ ਅਸੀਂ ਸੁਣ ਕੇ ਉੱਥੇ ਛੋੜ ਕੇ ਨਹੀਂ ਆਣੀ ਹੈ। ਅਸੀਂ ਉੱਥੋਂ ਸੁਣ ਕੇ ਉਹਦੇ ਚੋਂ ਜਿਹੜੇ ਚੰਗੇ ਗੁਣ ਮਿਲ ਰਹੇ ਨੇ ਉਹ ਲੈਣੇ ਨੇ, ਔਰ ਆਪਣੇ ਅਵਗੁਣ ਛੋੜਨੇ ਨੇ।
ਇਹਦਾ ਮਤਲਬ ਉਹ ਬਾਣੀ ਨਾਲ ਲੈ ਕੇ ਆਣੀ ਹੈ। ਜਦੋਂ ਨਾਲ ਲੈ ਕੇ ਆਣੀ ਹੈ ਤਾਂ ਸਭ ਜਗ੍ਹਾ ਵਰਤਣੀ ਹੈ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ ਤਾਈ ਤੇ ਰਿਅਲਾਈਜ਼ ਹੋਏਗਾ, ਵਰਨਾ ਅਸੀਂ ਐਬਸੈਂਟ ਕਰ ਦੇਂਗੇ ਉਹਨੂੰ। ਅੱਛਾ, ਜਦੋਂ ਮੈਨੂੰ ਅੱਜ ਕੱਲ ਕੋਵਿਡ ਕਰਕੇ ਗੁਰਦੁਆਰੇ ਜਾਣਾ ਨਹੀਂ ਮਿਲ ਰਿਹਾ, ਮੈਂ ਜਿਸ ਟਾਊਨ ਜਾਂ ਕੰਟਰੀ 'ਚ ਰਹਿੰਦਾ ਉੱਥੇ ਲੋਕਡਾਊਨ ਹੋ ਗਿਆ, ਫਿਰ ਮੈਂ ਬਾਣੀ ਕਿੱਥੋਂ ਲੈ ਕੇ ਆਵਾਂ? ਮੇਰੇ ਘਰ ਮੈਂ ਬਾਣੀ ਪੜਾਂ, ਮੇਰੇ ਬਜ਼ੁਰਗ ਬੈਠੇ ਨੇ, ਮੇਰੇ ਨਾਨਾ ਨਾਨੀ ਦਾਦਾ ਦਾਦੀ ਬੈਠੇ ਨੇ, ਉਹਨਾਂ ਕੋਲ ਮੈਂ ਬੈਠਿਆ ਕਰਾਂ, ਆਪਣੇ ਮਾਤਾ ਪਿਤਾ ਕੋਲ ਬੈਠਿਆ ਕਰਾਂ, ਬਾਣੀ ਪੜਿਆ ਕਰਾਂ। ਪਰ ਮਾਤਾ ਪਿਤਾ ਹੋਣ, ਬਜ਼ੁਰਗ ਹੋਣ, ਸਾਡੀ ਉਮਰ ਦਾ ਕੋਈ ਵੀ ਹੋਵੇ, ਬੱਚਾ ਹੋਵੇ, ਅਲਟੀਮੇਟਲੀ ਸਾਨੂੰ ਉਹ ਬਾਣੀ ਨੂੰ ਹਰ ਵੇਲੇ ਆਪਣੀ ਥਾਟ ਪ੍ਰੋਸੈਸ ਵਿੱਚ ਨਾਲ ਸਭ ਜਗ੍ਹਾ ਕੈਰੀ ਕਰਨਾ ਹੈ ਕਿ ਇਹ ਮੈਨੂੰ ਉਹ ਵਾਲੀ ਜੀਵਨ ਜਾਚ ਸਿਖਾ ਰਹੀ ਹੈ ਜਿਹਦੇ ਨਾਲ ਸਿਮਰਨ ਦੀ ਅਵਸਥਾ 'ਚ ਰਹਿੰਦਾ ਹੈ। ਸਿਮਰਨ ਦੀ ਅਵਸਥਾ 'ਚ ਆਪ ਸੁਖੀ ਰਹਿੰਦਾ ਹੈ, ਹੋਰਨਾਂ ਨੂੰ ਵੀ ਸੁਖੀ ਕਰ ਦੇਈਦਾ ਹੈ, ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਹਮਰਾ ਪਰਮ ਗਿਆ ਪਉ ਭਾਗਾ, ਜਬ ਰਾਮ ਨਾਮ ਚਿਤ ਲਾਗਾ। ਤੇ ਭਰਮ ਚਲਾ ਜਾਏ ਤੇ ਸੁਖੀ ਹੋ ਜਾਂਦੇ ਆ। जहाँ का मीत साजन है समिया, तिस जन को कहो कहाँ की कमियां। जहाँ की प्रीत गोबिंद स्यों लागी, दुख दर्द भ्रम ताका भागी। अच्छा, दुख भी चला जाता है, दर्द भी चला जाता है, भ्रम भी चला जाता है। ਇਹਦਾ ਮਤਲਬ ਸਾਨੂੰ ਬਾਣੀ ਮਤਲਬ ਟਰੂਥਫੁਲ ਲਿਵਿੰਗ ਦਾ ਸਤਿਗੁਰ ਦਾ ਸੁਨੇਹਾ। ਤੇ ਸਤਿਗੁਰ ਡਸ ਨਾਟ ਬਿਲੋਂਗ ਟੂ ਸਿੱਖਸ ਓਨਲੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਸਤਿਗੁਰ ਸਿੱਖ ਇਜ਼ਮ ਨੂੰ ਬਿਲੋਂਗ ਕਰਦਾ ਹੈ। ਸਾਨੂੰ ਤੇ ਕਹਿਣਾ ਚਾਹੀਦਾ ਹੈ ਕਿ ਸਤਿਗੁਰ ਬਿਲੋਂਗਸ ਟੂ ਹਿਊਮੈਨਿਟੀ, ਆਲ ਹਿਊਮਨ ਬੀਇੰਗਸ, ਯੂਨੀਵਰਸਲੀ ਐਪਲੀਕੇਬਲ। ਜੇ ਅਸੀਂ ਸਾਰੇ ਯੂਨੀਵਰਸ ਦੇ ਜਿਤਨੇ ਹਿਊਮਨ ਬੀਇੰਗਸ ਆ, ਵੀ ਆਲ ਆਰ ਚਿਲਡਰਨ ਆਫ ਗੋਡ, ਤਾਂ ਸਤਿਗੁਰ ਵੀ ਸਾਰਿਆਂ ਦਾ, ਸਤਿਗੁਰ ਸਭਨਾਂ ਦਾ ਭਲਾ ਮਨਾਈਦਾ, ਤਾਂ ਸਭ ਵਸਤੇ ਹੈ। ਸਾਨੂੰ ਰੈਸਟ੍ਰਿਕਟ ਨਹੀਂ ਕਰਨਾ ਕਿ ਬਾਣੀ ਇਜ਼ ਓਨਲੀ ਮੈਂਟ ਫॉर ਸਿੱਖਸ। ਸਾਨੂੰ ਕੋਈ ਵੀ ਬਾਣੀ ਪੜ੍ਹੇ, ਜੀ ਸਦਕੇ ਪੜ੍ਹੇ, किसी भी लैंग्वेज ट्रांसलेट करके पढ़े, जी सदके पढ़े। ਅਸੀਂ ਜਰਮਨ ਗਏ ਤੇ ਜਰਮਨ ਦੇ ਕੁਝ ਸੱਜਣ ਸਾਨੂੰ ਮਿਲੇ। ਅੱਜ ਕੱਲ ਸਾਡਾ ਸਿਮਰਨ ਸਿੰਘ ਉੱਥੇ ਹੈ, ਕੁਲਦੀਪ ਸਿੰਘ ਜੀ ਦਾ ਬੇਟਾ, ਉਹ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਜਰਮਨ ਲੈਂਗੁਏਜ ਵਿੱਚ ਲੋਕਾਂ ਨੂੰ ਬਾਣੀ ਟਰਾਂਸਲੇਟ ਕਰਕੇ ਜਾਂ ਜਿਸ ਤਰ੍ਹਾਂ ਵੀ ਦੱਸ ਸਕਾਂ। ਸਾਡੇ ਅਮਰੀਕਾ ਦੇ ਬੱਚੇ ਸਪੈਨਿਸ਼ ਵਿੱਚ ਟਰਾਈ ਕਰ ਰਹੇ ਨੇ। ਇੰਡੀਆ ਵਿੱਚ ਹਿੰਦੀ, ਜਾਂ ਜਦੋਂ ਅਸੀਂ ਬੰਗਾਲ ਪ੍ਰੋਗਰਾਮ ਕਰਨ ਗਏ ਤਾਂ ਕੈਲਕੱਟਾ ਔਰ ਦੁਰਗਾਪੁਰ ਵਾਲੇ ਬੰਗਾਲੀ ਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇਹਦੇ ਚ ਕੋਈ ਵੀ ਬਾਉਂਡਰੀਜ਼ ਨਹੀਂ ਨੇ, ਹਰ ਕਿਸੇ ਵਾਸਤੇ ਹੈ। ਅੱਛਾ, ਹਰ ਕੋਈ ਜਦੋਂ ਬਿਹੇਵੀਅਰ ਸਿੱਖਦਾ ਹੈ, ਉਹਨੂੰ ਜਪਣਾ ਕਹਿੰਦੇ ਨੇ, ਉਹਨੂੰ ਦ੍ਰਿੜ ਕਰਨਾ ਕਹਿੰਦੇ ਨੇ। ਤੇ ਜਦੋਂ ਦ੍ਰਿੜ ਕਰ ਕਰਕੇ ਆਪਣਾ ਬਿਹੇਵੀਅਰ ਪਕਾ ਲੈਂਦਾ ਹੈ ਤੇ ਉਹ ਸਿਮਰਨ ਦੀ ਅਵਸਥਾ 'ਚ ਹੈ। ਮਾਨੋ ਉਹਨੂੰ ਸਿਮਰਨ ਦੀ ਬਰਕਤ ਪ੍ਰਾਪਤ ਹੋਈ, ਮਾਨੋ ਉਹ ਆਪਣੇ ਕੈਰੈਕਟਰ ਕਰਕੇ ਪ੍ਰੋਸਪਰਸ ਹੋ ਰਿਹਾ ਹੈ, ਮਾਨੋ ਉਹ ਆਪਣੇ ਨੀਚ ਤਲ ਤੋਂ ਉੱਠ ਕੇ ਊਂਚ ਤੇ, ਨੀਚੋਂ ਊਂਚ ਕਰੇ ਮੇਰਾ ਗੋਬਿੰਦ ਵਾਲੀ ਅਵਸਥਾ ਪ੍ਰਾਪਤ ਕਰ ਰਿਹਾ ਹੈ ਨਾ। ਇਹਦਾ ਮਤਲਬ ਇਹ ਹੋਇਆ ਕਿ ਮੈਂ ਆਪਣੇ ਔਗੁਣਾ ਕਰਕੇ ਆਪਣੇ ਘਰ ਦੇ ਅੰਦਰ ਜਾਂ ਬਾਹਰ ਜਿੱਥੇ ਵੀ ਰਹਿੰਦਾ ਹਾਂ, ਜੇ ਬਾਣੀ ਮੇਰੇ ਨਾਲ ਹੈ ਤਾਂ ਕਿਸੇ ਵੀ ਕਿਸਮ ਦਾ ਜ਼ੁਲਮ, ਇਨਜਸਟਿਸ, ਦੇਖੋ ਮੈਂ ਇੱਕ ਸਟੇਟਮੈਂਟ ਬਣਾਉਂਦਾ, ਉਹ ਸਭ ਤੇ ਐਪਲੀਕੇਬਲ ਹੁੰਦੀ ਹੈ, ਪਰ ਅਸੀਂ ਸਮਝ ਲਈਏ, ਜਦੋਂ ਮੈਂ ਨੌਜਵਾਨ ਹਾਂ ਔਰ ਜਦੋਂ ਮੇਰੀ ਸੱਸ ਹੈ ਤਾਂ ਮੈਂ ਸੱਸ ਨੂੰ ਨਹੀਂ ਸਮਝਦੀ, ਲੇਕਿਨ ਜਦੋਂ ਮੈਂ ਸੱਸ ਬਣ ਜਾਵਾਂਗੀ ਤਾਂ ਮੈਨੂੰ ਰਿਅਲਾਈਜ਼ ਹੋਏਗਾ ਨਾ ਕਿ ਕਿਹੜੇ ਭਾਵ ਵਿਕਦੀ ਹੈ।
एट द सेम टाइम सस भी ये समझे ये मेरी बच्ची है, तो आस्ता आस्ता ये टर्म खत्म हो जाएगी, वो मां धी दी रिलेशनशिप बन जाएगी। सस और नूह वाला जिहड़ा स्टेटमेंट है, साडा साहिब सिंह कहंदा पिंदर चाचा टर्म ही खत्म कर दिंदे आ, ਅਸੀਂ ਕਹਿੰਦੇ ਆ ਮਾਵਾਂ ਧੀਆਂ ਨੇ। ਯੈਸ ਵੈਰੀ ਗੁੱਡ ਆਈਡੀਆ, ਪੋਸੀਬਲ ਹੈ, ਇਹ ਲਫ਼ਜ਼ ਬਣੇ ਨੇ। ਕੱਲ ਮੈਂ ਸ਼ਾਮੀ ਉਹਦੇ ਨਾਲ ਸੈਰ ਕਰ ਰਿਹਾ ਸੀ ਤਾਂ ਸਾਹਮਣੇ ਤੋਂ ਖਰਗੋਸ਼ ਨਿਕਲ ਕੇ ਦੌੜ ਗਏ, ਤੇ ਮੈਂ ਉਹਨੂੰ ਕਹਿ ਰਿਹਾ ਸੀ ਸਾਹਿਬ ਇਹਨਾਂ ਖਰਗੋਸ਼ਾਂ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ? ਕਹਿੰਦਾ ਰੈਬਿਟ। ਮੈਂ ਕਿਹਾ ਨਾਂ ਕੌਣ ਰੱਖਦਾ ਹੈ? ਅੱਜ ਦੁਨੀਆ ਦੇ ਕਿਸੇ ਵੀ ਮਨੁੱਖ ਨੂੰ ਪੁੱਛਦੇ ਆ, ਉਹ ਦੇਖਣ ਸਾਰ ਕਹਿੰਦਾ ਦਿਸ ਇਜ਼ ਰੈਬਿਟ, ਤੇ ਹਿੰਦੀ ਜਾਂ ਪੰਜਾਬੀ ਚ ਪੁੱਛਦੇ ਕਹਿੰਦਾ ਖਰਗੋਸ਼। ਤਾਂ ਪ੍ਰਚਲਿਤ ਹੋ ਗਿਆ ਨਾ, ਭਾਵੇਂ ਕਿੰਨੇ ਸੌ ਸਦੀਆਂ ਪਹਿਲਾਂ ਹੋਇਆ ਸੀ, ਸਾਨੂੰ ਨਹੀਂ ਪਤਾ। ਉਹਨੂੰ ਦੇਖਦੇ ਆ ਤਾਂ ਸਾਰੇ ਡੌਗ ਕਹਿੰਦੇ ਆ ਔਰ ਕੁੱਤਾ ਕਹਿੰਦੇ ਆ, ਉਹਨੂੰ ਦੇਖਦੇ ਆ ਤੇ ਗਾਂ ਕਹਿੰਦੇ ਆ, ਉਹਨੂੰ ਦੇਖਦੇ ਆ ਤੇ ਭੈਂਸ ਮੱਝ ਕਹਿੰਦੇ ਆ। ਇਹਦਾ ਮਤਲਬ ਇਹ ਯੂਨੀਵਰਸਲੀ ਐਪਲੀਕੇਬਲ ਹੋ ਜਾਂਦੇ ਨੇ, ਪਰ ਜੇ ਸਮਾਜ ਇਹਨਾਂ ਦੀ ਪ੍ਰੈਕਟਿਸ ਕਰੇ ਤਾਂ ਫਿਰ ਨੂੰ ਸੱਸ ਵਾਲਾ ਵਿਤਕਰੇ ਵਾਲੀ ਗੇਮ ਵੀ ਖਤਮ ਹੋ ਸਕਦੀ ਹੈ। ਧੀ ਜਵਾਈ ਵਾਲੇ ਜਿਹੜੇ ਉਹ ਸਾਡੇ ਸਮਾਜ ਵਿੱਚ ਹੈ, ਅਸੀਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰਕੇ ਉਹ ਅਵਗੁਣ ਠੀਕ ਕਰ ਸਕਦੇ ਹਾਂ। ਅੱਛਾ, ਮੈਂ ਉਸ ਤੋਂ ਬਾਅਦ ਅਗਲਾ ਪੁਆਇੰਟ ਸਾਂਝ ਕੀਤਾ ਸੀ, ਭਰਮ ਵਹਿਮ ਅਤੇ ਅੰਧ ਵਿਸ਼ਵਾਸ ਤੋਂ ਉੱਚੇ ਰਹਿਣਾ। ਤਾਂ ਸਾਨੂੰ ਭਰਮ ਪੈ ਗਿਆ, ਭਰਮ ਨੇ ਹੀ ਭਟਕਣਾ ਪ੍ਰਾਪਤ ਮੈਨੂੰ ਦਿੱਤੀ, ਭਰਮ ਨੇ ਹੀ ਮੈਨੂੰ ਅੰਦਰ ਦੀ ਆਵਾਜ਼ ਨੂੰ ਪ੍ਰਾਪਤ ਕਰਨ ਨਹੀਂ ਦਿੱਤਾ, ਸੁਣਨ ਨਹੀਂ ਦਿੱਤਾ। ਕਿਉਂਕਿ ਮੈਂ ਇਲੂਜ਼ਨ ਵਿੱਚ ਹਾਂ। ਇਲੂਜ਼ਨ ਔਰ ਡਿਲੂਜ਼ਨ ਮਿਲ ਕੇ ਮੇਰਾ ਭਰਮ ਬਣ ਗਿਆ। ਹੁਣ ਹੁੰਦਾ ਕੀ ਹੈ? ਮਾਧਵੇ ਕਿਆ ਕਹੀਏ, ਭ੍ਰਮ ਐਸਾ ਜੈਸਾ ਮਾਨਿਆ ਹੋਈ ਨਾ ਤੈਸਾ। ਇਹ ਰੋਜ਼ ਰੋਜ਼ ਇੰਜ ਹੋ ਰਿਹਾ ਸਾਡੇ ਨਾਲ। ਅੱਛਾ, ਜਦੋਂ ਇਹ ਰੋਜ਼ ਰੋਜ਼ ਹੋ ਰਿਹਾ ਹੈ ਤਾਂ ਕਬੀਰ ਸਾਹਿਬ ਤੇ ਬੜੇ ਪਿਆਰ ਨਾਲ ਸਮਝਾ ਰਹੇ ਨੇ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾਰੇ। ਵੀ ਜੋ ਮੈਂ ਸੋਚਦਾ ਹਾਂ, ਕਰਮ ਮਤਲਬ ਜੋ ਮੇਰਾ ਸੋਚਣੀ ਦਾ ਢੰਗ ਹੈ, ਉਹਦੇ ਗੁੱਡ ਰਿਜ਼ਲਟਸ ਨਹੀਂ ਨਿਕਲਦੇ। ਬਾਅਦ ਵਿੱਚ ਕੀ ਗਤ ਹੁੰਦੀ ਹੈ, ਆਪਣੇ ਕਰਮ ਕੀ ਗਤ, ਆਫਟਰ ਇਫੈਕਟਸ ਕੀ ਹੁੰਦੇ ਨੇ। ਪਰ ਇੱਥੇ ਆਫਟਰ ਇਫੈਕਟ ਕੀ ਨਿਕਲਿਆ? ਦੁੱਖ, ਦਰਦ, ਭ੍ਰਮ। ਇਹ ਮੇਰੀ ਪ੍ਰੋਬਲਮ ਚੱਲ ਰਹੀ ਹੈ। ਮੈਂ ਭਰਮ ਵਿੱਚ ਭਟਕਿਆ। ਸੋ ਅਸੀਂ ਰੀਕੈਪ ਕਰ ਰਹੇ ਹਾਂ ਤਾਂ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਉਧਰੋਂ ਮੰਮੀ ਜੀ ਨੇ, ਪੁਸ਼ਪਿੰਦਰ ਸਿੰਘ ਜੀ ਦੇ ਮੰਮੀ ਜੀ ਨੇ ਕਾਫੀ ਵਾਰੀ ਸਲਾਈਡਸ ਵੀ ਪੜ੍ਹੀਆਂ ਨੇ ਸੈਮੀਨਾਰ ਵਿੱਚ, ਤਾਂ ਅੱਜ ਉਹਨਾਂ ਨੇ ਸ਼ੁਰੂ ਕੀਤਾ ਭਰਮ ਚ ਪੈਣਾ। ਸੋ ਅਸੀਂ ਆਪਣੀ ਇਹ ਵਾਲੀ ਪੁਸਤਕ, ਇਸ ਪੁਸਤਕ ਦਾ ਨਾਮ ਹੈ ਗੁਰਬਾਣੀ ਦੇ ਚਾਨਣ ਵਿੱਚ ਅਖਾਣ। ਅਸੀਂ ਇਹਦੇ ਚੋਂ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਰੀਕੈਪ ਕਰ ਰਹੇ ਹਾਂ, ਕਿਉਂਕਿ ਉਹਦੇ ਚ ਭਰਮ ਚ ਪਏ, ਭਰਮ ਦੇ ਕਾਰਨ ਵਹਿਮ ਵੀ ਆ ਗਏ, ਭਰਮ ਦੇ ਕਾਰਨ ਅੰਧ ਵਿਸ਼ਵਾਸ ਵੀ ਆ ਗਏ। ਸੋ ਭਰਮ, ਵਹਿਮ ਅਤੇ ਅੰਧ ਵਿਸ਼ਵਾਸ ਤੋਂ ਉੱਚੇ ਰਹਿਣ ਦਾ ਮਤਲਬ ਹੈ ਕਿ ਅਸੀਂ ਸਿਮਰਨ ਦੀ ਅਵਸਥਾ ਚ ਆ ਰਹੇ ਹਾਂ। ਜੇ ਉੱਚੇ ਨਹੀਂ ਰਹਿੰਦੇ ਹਾਂ ਤਾਂ ਨੀਚ ਕਰਮ ਹੋ ਜਾਂਦੇ ਨੇ ਔਰ ਸਿਮਰਨ ਦੀ ਅਵਸਥਾ ਤੋਂ ਟੁੱਟ ਜਾਂਦੇ ਆ। ਤੇ ਭਰਮ ਦਾ ਮਤਲਬ ਅੰਧੇਰਾ, ਫੌਗੀ ਥਾਟਸ। ਭਰਮ ਦਾ ਮਤਲਬ ਧੁੰਦੂਕਾਰ ਵਾਲਾ ਜੀਵਨ। ਮੇਰਾ ਇੱਕ ਇੱਕ ਪਲ ਕਈ ਕਈ ਯੁਗਾਂ ਦੇ ਬਰਾਬਰ ਹੁੰਦਾ ਹੈ, ਇਸ ਕਰਕੇ ਕਹਿੰਦੇ ਨੇ ਅਰਬਦ ਨਿਰਬਦ ਧੁੰਦੂਕਾਰਾ। ਮੈਂ ਫੌਗੀ ਥਾਟ ਪ੍ਰੋਸੈਸ ਦੇ ਨਾਲ ਕਿਤਨੇ ਬਿਲੀਅਨਸ ਆਫ ਈਅਰਸ ਤੋਂ, ਬਿਲੀਅਨਸ ਆਫ ਈਅਰਸ ਮੇਰੇ ਮਾਤਾ ਪਿਤਾ ਦੇ ਰਾਹੀਂ ਪ੍ਰਾਪਤ ਮੇਰਾ ਸਰੀਰਕ ਜਨਮ ਤੋਂ ਲੈ ਕੇ ਅੱਜ ਤੱਕ, ਜੇ ਮੈਂ 40, 50, 60, 70 ਸਾਲ ਦਾ ਹੋਇਆ ਤੇ ਅੱਜ ਤੱਕ ਜਿਹੜਾ ਮੇਰਾ ਇਹ ਸਰੀਰਕ ਜੀਵਨ ਹੈ ਨਾ, ਇਹਨੂੰ ਕਹਿੰਦੇ ਨੇ ਫੌਗੀ ਥਾਟਸ ਦੇ ਨਾਲ ਜੀਣਾ। ਅਰਬਦ ਨਰਬਦ ਤੰਦੂਕਾਰਾ, ਅਨਲਿਮਿਟਿਡ ਸਮੇਂ ਤੋਂ, ਔਰ ਇੱਕ ਇੱਕ ਪਲ
जिंदगी का सफर है एक ऐसा सफर कोई जाना नहीं, कोई नहीं जानता, पर सतगुर जानदा है। ਅਸੀਂ ਸਤਗੁਰ ਜੀ ਦੀ ਸੁਣਦੇ ਨਹੀਂ। ਕਿਉਂ? ਕਿਉਂਕਿ ਸਾਨੂੰ ਭਰਮ ਹੈ, ਮੈਨੂੰ ਬੜੀ ਅਕਲ ਹੈ, ਮੈਨੂੰ ਭਰਮ ਹੈ, ਮੈਨੂੰ ਪੜ੍ਹਨਾ ਆਉਂਦਾ ਹੈ, ਮੈਨੂੰ ਭਰਮ ਹੈ, ਮੇਰੇ ਕੋਲ ਡਿਗਰੀ ਹੈ, ਮੈਨੂੰ ਭਰਮ ਹੈ ਕਿ ਮੈਨੂੰ ਤੇ ਬਿਜ਼ਨਸ ਆਉਂਦਾ ਹੈ, ਮੈਨੂੰ ਭਰਮ ਹੈ, ਮੈਨੂੰ ਫੋਨ ਆਪਰੇਟ ਕਰਨਾ ਆਉਂਦਾ ਹੈ, ਲੈਪਟਾਪ ਆਪਰੇਟ ਕਰਨਾ ਆਉਂਦਾ ਹੈ, ਕੰਪਿਊਟਰ ਆਪਰੇਟ ਕਰਨਾ ਆਉਂਦਾ ਹੈ, ਮੈਨੂੰ ਭਰਮ ਹੈ ਮੈਂ ਕੁਕਿੰਗ ਜ਼ਿਆਦਾ ਵਧੀਆ ਕਰ ਸਕਦੀ ਹਾਂ, ਮੇਰੀ ਸੱਸ ਨੂੰ ਆਉਂਦੀ ਨਹੀਂ ਹੈ, ਮੈਨੂੰ ਭਰਮ ਹੈ ਮੈਂ ਕੁਕਿੰਗ ਕਰ ਸਕਦੀ ਹਾਂ, ਮੇਰੇ ਘਰ ਜਿਹੜੀ ਵਿਆਹ ਕੇ ਬੱਚੀ ਆਈ ਹੈ ਉਹਨੂੰ ਅਕਲ ਨਹੀਂ ਹੈ। ਪਰ ਗੁਰੂ ਸਿਖਾ ਦਿੰਦਾ ਹੈ, ਪਈ ਅੜੈਸ਼ੋ ਸੇਵ ਤੂੰ ਸੌਰੜੇ ਸੁਖਵਾਸ ਗੁਰ ਮਿਲ ਝੱਜ ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ। ਭਰਮ ਦੇ ਨਾਲ ਦੁੱਖ ਪੈਦਾ ਹੁੰਦਾ ਹੈ, ਭਰਮ ਦੇ ਨਾਲ ਅਸੀਂ ਸੱਚ ਤੋਂ ਦੂਰ ਹੁੰਦੇ ਹਾਂ, ਦੂਰ ਹੋਏ ਦੁੱਖ ਸਟਾਰਟਸ, ਦੁੱਖ ਘਣੋ ਬੇਅੰਤ ਦੁੱਖ ਸ਼ੁਰੂ ਹੋ ਗਏ। ਜਮ ਜਮ ਮਰੇ ਪਲ ਪਲ ਜਮਦੇ ਮਰਦੇ ਹਾਂ, ਸਰੀਰਕ ਡੈਥ ਤੋਂ ਬਾਅਦ ਵਾਲਾ ਜਨਮ ਮਰਨ ਨਹੀਂ, ਸਰੀਰਕ ਜਨਮ ਲੈਣ ਤੋਂ ਪਹਿਲਾਂ ਵਾਲਾ ਜਨਮ ਮਰਨ ਨਹੀਂ, ਪਲ ਪਲ ਜਮ ਜਮ ਮਰੇ, ਮਰੇ ਫਿਰ ਜੰਮੈ, ਬਹੁਤ ਸਜ਼ਾਏ ਪਿਆ ਦੇਸ ਲੰਮੈ। ਬਸ ਅਸੀਂ ਬੜੇ ਲੰਬੇ ਚੌੜੇ ਫੌਗੀ ਰਸਤੇ ਤੇ ਪੈ ਜਾਂਦੇ ਹਾਂ, ਸਾਨੂੰ ਜੀਵਨ ਦਾ ਰਸਤਾ ਸਮਝ ਨਹੀਂ ਆਉਂਦਾ। ਸੋ ਜਹਾਂ ਪੈਂਡੇ ਮਹਾ ਅੰਧ ਗੁਬਾਰਾ, ਉਸ ਹਨੇਰੇ ਰਸਤੇ ਦਾ ਜਿਹੜਾ ਫੌਗੀ ਦੇਖਣ ਦਾ ਬਲਰਡ ਮੇਰਾ ਥਾਟ ਪ੍ਰੋਸੈਸ ਹੈ, ਉਹੀ ਮੇਰਾ ਭਰਮ ਬਣਿਆ, ਉਸੀ ਨੇ ਮੇਰੇ ਵਹਿਮ ਬਣਾ ਦਿੱਤੇ, ਉਸੀ ਨੇ ਮੇਰੇ ਅੰਦਰ ਸ਼ੱਕ, ਸ਼ੰਕੇ, ਮਿਸਟਰਸਟ ਔਰ ਡਿਸਹਾਰਮਨੀ ਦੇ ਖਿਆਲ ਪੈਦਾ ਕਰ ਦਿੱਤੇ, ਉਹ ਮੇਰੇ ਤੇ ਹਾਵੀ ਹੋ ਗਏ। ਭਰਮ ਮੇਰਾ ਦੁੱਖ ਮਲਟੀਪਲਾਈ ਕਰਦਾ ਜਾ ਰਿਹਾ ਹੈ, ਦੁੱਖ ਵੀ ਪੈਦਾ ਹੋ ਗਿਆ ਤੇ ਫਿਰ ਉਹਦੀ ਪੇਨ ਵੀ ਸ਼ੁਰੂ ਹੋ ਗਈ। पेन मीन्स आफ्टर इफेक्ट्स। कबीर साहब समझा रहे ने, देख ले अपने कर्म की गत मैं क्या जानो बाबा रे ओदेर हाउस कहते ने, नरू मरे नर काम ना आवे। इंसानियत तेरे अंदरों मरी ना, फिर तू यूजलेस हो जाएगा, यू आर गुड फॉर नथिंग। करतूता पशुओं वालियां करेगा, मनुख वाली करतूत बारे जीवन जाचते तेनू आएगी नहीं। ਹੁਣ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਭਰਮ ਦੇ ਕਾਰਨ ਹਨੇਰੇ ਵਾਲੀ ਅਵਸਥਾ 'ਚ ਰਹਿੰਦੇ ਹਾਂ, ਇਹਨੂੰ ਇਸੇ ਜੀਵਨ ਵਿੱਚ ਹਨੇਰੇ ਦੀ ਅਵਸਥਾ 'ਚ ਰਹਿਣ ਨੂੰ ਅਰਬਦ ਨਰਬਦ ਅਨਲਿਮਿਟਿਡ ਟਾਈਮ ਤੱਕ ਮੈਂ ਧੁੰਦੂ ਦੀ ਫੌਗੀ ਥਾਟ ਪ੍ਰੋਸੈਸ ਦੀ ਕਾਰ ਕਮਾਉਂਦਾ ਹਾਂ। ਅਰਬਦ ਨਰਬਦ ਧੁੰਦੂਕਾਰ, ਇਹ ਅਰਥ ਆਮ ਤੌਰ ਤੇ ਪ੍ਰਚਲਿਤ ਨੇ। ਲੱਖਾਂ ਕਰੋੜਾਂ ਸਾਲ ਪਹਿਲਾਂ ਧੁੰਦ ਸੀ ਤੇ ਰੱਬ ਕਿਥੇ ਸਮਾਧੀ ਲਾ ਕੇ ਬੈਠਾ ਹੋਇਆ ਸੀ, ਸੁੰਨ ਸਮਾਧ ਲਗਾਇਂਦਾ ਤੇ ਉਸ ਤਰ੍ਹਾਂ ਟੁਕਾ ਦਿੱਤੇ ਜਿਵੇਂ ਅਸੀਂ ਦੇਖ ਆਏ ਹਾਂ। ਫਿਰ ਸਾਨੂੰ ਸਾਰਾ ਨਜ਼ਰ ਆ ਰਿਹਾ, ਦੇਖੋ ਪਹਿਲਾਂ ਰੱਬ ਬੈਠਾ ਸੀ, ਚੌਕੜਾ ਮਾਰ ਕੇ ਬੈਠਾ ਸੀ, ਸੁੰਨ ਸਮਾਧ ਲਗਾਈ ਹੋਈ ਸੀ ਤੇ ਚਾਰੋਂ ਪਾਸੇ ਧੁੰਦ ਸੀ। ਫਿਰ ਰੱਬ ਨੂੰ ਖਿਆਲ ਆਇਆ, ਅੱਛਾ ਅਸੀਂ ਕੈਮਰਾ ਵੀ ਲਾਇਆ ਹੋਇਆ ਸੀ, ਉਹਦੇ ਖਿਆਲ ਵੀ ਪੜਦੇ ਪਏ ਆ ਕਿ ਰੱਬ ਨੂੰ ਖਿਆਲ ਆਇਆ ਮੈਂ ਸ੍ਰਿਸ਼ਟੀ ਬਣਾਣੀ ਹੈ, ਉਹਦੇ ਅੰਦਰ ਜੀ ਜੰਤ ਅਤੇ ਮਨੁੱਖ ਬਣਾਉਣਾ ਹੈ। ਫਿਰ ਰੱਬ ਨੇ ਉਹ ਬਣਾਇਆ, ਫਿਰ ਰੱਬ ਨੇ ਆਪਣੀ ਉਹ ਚੌਕੜਾ ਮਾਰਨ ਵਾਲੀ ਸਮਾਧੀ ਖਤਮ ਕਰ ਦਿੱਤੀ। ਫਿਰ ਰੱਬ ਉਹ ਦਿਸਣਾ ਬੰਦ ਹੋ ਗਿਆ ਤੇ ਸ੍ਰਿਸ਼ਟੀ ਵਿੱਚ ਕਣ ਕਣ ਸਮਾ ਗਿਆ। ਇਹ ਸਾਰਾ ਜਿਸ ਤਰ੍ਹਾਂ ਮਤਲਬ ਸਾਡੇ ਕੋਲ ਕੈਮਰਾ ਹੈ, ਇਸ ਤਰ੍ਹਾਂ ਅਸੀਂ ਉਹਦੇ ਅਰਥ ਕਰ ਲਏ। ਪਰ ਉਹ ਅਰਬਦ ਨਰਬਦ ਧੁੰਦੂਕਾਰਾ ਵੇਲੇ ਮੇਰੇ ਕੋਲ ਸੱਚ ਦੀ ਧਰਤੀ ਨਹੀਂ ਹੈ, ਮੇਰੇ ਕੋਲ ਸੱਚ ਦਾ ਗਗਨ ਨਹੀਂ ਹੈ, ਸੱਚ ਦਾ ਥਾਟ ਪ੍ਰੋਸੈਸ ਨਹੀਂ ਹੈ। ਜੇ ਉਹ ਮਿਲ ਜਾਏ ਗਗਨ ਤਾਂ ਕਬੀਰ ਸਾਹਿਬ ਕਹਿੰਦੇ ਨੇ, ਗਗਨ ਨਗਰ ਇੱਕ ਬੂੰਦ ਨਾ ਵਰਖੈ। ਮੇਰੇ ਹੁਣ ਥਾਟ ਪ੍ਰੋਸੈਸ ਵਿੱਚ, ਮੇਰੇ ਇਸ ਗਗਨ ਵਿੱਚ ਤ੍ਰਿਸ਼ਨਾ ਦੀ ਕੋਈ ਬਾਰਿਸ਼ ਨਹੀਂ ਹੁੰਦੀ, ਔਗਣੀ ਖਿਆਲਾਂ ਦੀ ਕੋਈ ਬਾਰਿਸ਼ ਨਹੀਂ ਹੁੰਦੀ। ਪਰ ਇਸੇ ਖਿਆਲ ਨੂੰ ਕਬੀਰ ਸਾਹਿਬ ਆਪਣੇ ਇੱਕ ਦੂਜੇ ਸ਼ਬਦ ਵਿੱਚ ਕਹਿੰਦੇ ਨੇ, ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ। ਤਾਂ ਉਹਨਾਂ ਨੇ ਫਰੇਜ਼ ਜਾਂ ਈਡੀਅਮ ਜਾਂ ਮੁਹਾਵਰਾ ਵਰਤ ਲਿਆ ਕਿ ਮੈਂ ਤਾਨਾ ਬਾਨਾ ਛੱਡ ਦਿੱਤਾ,
ताना बाना कछु ना सूझे। मैं नेगेटिव थॉट्स नहीं सोचता। नेगेटिव थॉट्स ही ते भरम है। नेगेटिव थॉट्स की प्रैक्टिस करना ही ते भरम है। नेगेटिव थॉट्स दे विच माइट नजर आता है, पर ਉਹਦੇ ਰਿਜ਼ਲਟਸ ਠੀਕ ਨਹੀਂ ਨਿਕਲਦੇ ਨੇ। ਇਸ ਕਰਕੇ ਅਸੀਂ ਨੈਗੇਟਿਵ ਥਾਟਸ ਦਾ ਮਾਈਟ ਪ੍ਰੈਕਟਿਸ ਕਰਦੇ ਹਾਂ, ਈਵਲਸ ਨੂੰ ਕੈਚ ਕਰਕੇ ਵਾਈਸਿਸ ਵਾਲਾ, ਔਗਣੀ ਸੁਭਾਅ ਵਾਲਾ ਜੀਵਨ ਜੀਂਦੇ ਆ। ਇਹਨੂੰ ਹੀ ਪਰਮ ਕਹਿੰਦੇ ਨੇ। ਸਿਮਰਨ ਦੀ ਅਵਸਥਾ 'ਚ ਛੁੱਟ ਜਾਂਦਾ ਹੈ। ਕੌਣ ਕਹਿੰਦਾ ਹੈ? ਬਾਣੀ ਰਾਹੀਂ ਸਤਿਗੁਰ ਸਮਝਾਉਂਦੇ ਨੇ। ਜਾਂ ਕਾ ਮੀਤ ਸਾਜਨ ਹੈ ਸਮੀਆਂ। ਸਾਡੇ ਸਭ ਦੇ ਅੰਦਰ ਉਹ ਸੁਨਿਆ ਹੈ ਜਿਹਨੂੰ ਰੱਬ ਕਹਿੰਦੇ ਆ, ਜਿਹਨੂੰ ਸਤਿਗੁਰ ਕਹਿੰਦੇ ਆ, ਜਿਹਨੂੰ ਨਾਨਕ ਲਿਖਿਆ ਨਾਲ ਕਹਿੰਦੇ ਆ। ਉਹ ਸੁਨਿਆ ਸਾਡਾ ਮਿੱਤਰ ਹੈ, ਉਹ ਸੁਨਿਆ ਸਾਡਾ ਸਾਜਨ ਹੈ। ਉਹ ਸੁਨੇ ਦੇ ਨਾਲ ਮੇਰਾ ਮਨ ਜੇ ਮਰਜ ਹੋ ਜਾਏ ਤਾਂ ਮੇਰਾ ਮਨ ਮੇਰਾ ਮਿੱਤਰ ਬਣ ਜਾਏਗਾ, ਮੇਰਾ ਮਨ ਮੇਰਾ ਸਾਜਨ ਬਣ ਜਾਏਗਾ, मेरा मित्र बन जाएगा। तब मेरे सारे जितने पवन ने, जितने मेरे ऑर्गन्स ने, जितने मेरे अंदर दे ऑर्गन्स ने, जितने मेरे फैकल्टीज, मेरा थॉट प्रोसेस है, वो सारे नू भवन कह सकते हाँ, खंड ब्रह्मंड कह सकते हाँ, खंड मंडल पाताला कह सकते हाँ, पाताला पाताल लख आगास आगास कह सकते हाँ। वो सारी मेरी अंदर दी सृष्टि दा मेरा मन मालिक है। जे मेरा मन मैनू सुख देना चाहता है तो मित्र है, वरना राज तो मेरे ते कर रहा है पर मैनू दुखी करता है, क्योंकि कुड़ियार हो गया है। मेरे इत्थे दी धर्म दी जिहड़ी साल है, मेरी रसोई है, उस रसोई ते पवित्र ने बहना सी, एक कुड़ियार आके बैठ गया इस रसोई ते, ऊपर आए बैठे कुड़ियार। ये मेरी रसोई संतोख दा भोजन नहीं पकांदा। इस मन दे ना पकाण दे कारण भरम विच होया ते ए अवगुणी सुभाव वाला भोजन, जिन्हों तृष्णा दा भोजन कहंदे ने, वो पकांदा है। कंध कुहाड़ा सिर कड़ा वण कैसर लोहार, फरीदा हो लोड़ी शो अपना, तू लोड़े अंग्यार। बस अग लब ले, अग नाल जलते हाँ, हाड़ जले जैसे लकड़ी का तू लैंज, हर पल सड़ते रहते हैं। अपने अहंकार जगत जलिया, अपने अहंकार ही सड़ते रहते हैं, अपनी ईगो सड़ते रहते हैं। हर बिन जियो जल बल जाओ वाला जीवन जीते रहते हैं। परम कारण ਜਦੋਂ ਉਹ ਵਾਲਾ ਜੀਵਨ ਜੀਂਦੇ ਰਹਿੰਦੇ ਆ ਨਾ, ਉਹਨੂੰ ਦੁੱਖ ਕਹਿੰਦੇ ਨੇ। ਉਹਦੇ ਚ ਸੱਚ ਨੂੰ ਇਗਨੋਰ ਕੀਤਾ ਜਾਂਦਾ ਹੈ। ਜਦੋਂ ਸੱਚ ਨੂੰ ਇਗਨੋਰ ਕੀਤਾ ਜਾਂਦਾ ਹੈ, ਉਹਨੂੰ ਨਿੰਦਾ ਕਰਨਾ ਕਹਿੰਦੇ ਨੇ, ਉਹਨੂੰ ਸੰਤ ਕੀ ਨਿੰਦਾ ਕਹਿੰਦੇ ਨੇ। ਵਰਚੂਜ਼ ਆਰ ਇਗਨੋਰਡ, ਸੰਤ ਕੀ ਨਿੰਦਾ। ਕਿਸੇ ਬੰਦੇ ਨੂੰ ਸੰਤ ਨਹੀਂ ਕਹਿੰਦੇ ਨੇ, ਬੰਦੇ ਨੂੰ ਨਿੰਦਾ ਕਰਨਾ ਨਹੀਂ ਕਹਿ ਰਹੇ ਨੇ ਇੱਥੇ। ਚੰਗੇ ਗੁਣਾਂ ਦੀ ਤੂੰ ਨਿੰਦਾ ਕਰਦਾ ਹੈ, ਚੰਗੇ ਗੁਣਾਂ ਨੂੰ ਪਿੱਠ ਦਿੰਦਾ ਹੈ। ਚੰਗੇ ਗੁਣਾਂ ਨੂੰ ਪਿੱਠ ਦਿਓ ਨਾ ਤਾਂ ਉਹਨੂੰ ਹੰਕਾਰੀਆਂ ਨਿੰਦਕਾਂ ਪਿੱਠ ਦੇ ਕਹਿੰਦੇ ਨੇ। ਰੱਬ ਜੀ ਕਿਸੇ ਨੂੰ ਪਿੱਠ ਨਹੀਂ ਦਿੰਦੇ। ਹੰਕਾਰ ਦੇ ਕਾਰਨ ਮੈਂ ਸੱਚ ਨੂੰ ਪਿੱਠ ਦਿੰਦਾ ਹਾਂ। ਆਈ ਇਗਨੋਰ। ਵੈਨ ਆਈ ਇਗਨੋਰ, ਮੇਰੀ ਦੂਰੀ ਪੈ ਗਈ। ਜਦੋਂ ਦੂਰੀ ਪੈ ਜਾਂਦੀ ਹੈ ਨਾ ਤਾਂ ਦੁੱਖ ਸ਼ੁਰੂ ਹੋ ਜਾਂਦਾ। दुख कणो जब होते दूर। पर जे मैं मन दी अवस्था नू सतगुर दी मत दे सुने दे नाल मर्ज कर सकां, जाका मीत
ਜਿਸ ਦਾ ਮਨ ਸਹੀ ਮੈਨੇ ਸਤਿਗੁਰ ਦੀ ਮੱਤ ਲੈ ਕੇ ਮਿੱਤਰ ਬਣ ਜਾਂਦਾ ਹੈ, ਕਿਉਂਕਿ ਮਨ ਨੇ ਰੱਬ ਸਤਿਗੁਰ ਸ਼ਾਹ ਦੀ ਮਿੱਤਰਤਾ ਨਾਲ ਵੰਨਸ ਪ੍ਰਾਪਤ ਕਰ ਲਈ ਹੈ। ਜਾਂ ਕਾ ਮੀਤ ਸਾਜਨ, ਕੌਣ? ਐਲੀਵੇਟਿਡ ਮਨ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਜਿਹੜਾ ਉਹ ਬਣ ਜਾਂਦਾ ਹੈ। ਤਿਸ ਜਨ ਕੋ ਕਹੋ ਕਾਕੀ ਕਮੀਆਂ, ਉਹਨੂੰ ਕਾਦੀ ਕਮੀ ਰਹੇਗੀ? ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ। ਗੋ ਹੁੰਦਾ ਮਨ ਦੀ ਧਰਤੀ, ਬਿੰਦ ਹੁੰਦਾ ਸਮਝਣਾ, ਬਿੰਦ ਹੁੰਦਾ ਬੂੰਦ। ਬੂੰਦ ਕਿਹੜੀ? ਅੰਮ੍ਰਿਤ ਬੂੰਦ। ਅੰਮ੍ਰਿਤ ਬੂੰਦ ਕਿਹਨੂੰ ਕਹਿੰਦੇ ਨੇ? ਏਕ ਬੂੰਦ ਗੁਰ ਅੰਮ੍ਰਿਤ ਦੀਨੋ। ਏਕ ਬੂੰਦ, ਉਹਨੂੰ ਹੀ ਬਿੰਦ ਕਹਿੰਦੇ ਨੇ ਨਾ। ਏਕ ਬੂੰਦ ਗੁਰ ਅੰਮ੍ਰਿਤ ਦੀਨੋ, ਤਾਂ ਅਟਲ, ਅਮਰ, स्टेबल हो गया, अमर हो गया, इटर्नल हो गया। एक बूंद गुर अमृत दीनो, ता अटल, अमर, ना मूआ, पल पल मरदा ही नहीं है। जिस दी मन दी धरती उत्ते ओ वाली एक बूंद ही पै जावे ना, वो एक बूंद प्राप्त कर लईए ना, ओदी जीवनी नू बिंद नू समझ लईए ना, ਤਾਂ ਉਹਨੂੰ ਗੋਬਿੰਦ ਕਹਿੰਦੇ ਨੇ। ਸੋ ਗੋਬਿੰਦ ਟਰਮ ਜਿਹੜੀ ਹੈ ਬੜੀ ਕੀਮਤੀ ਹੈ। ਜਾਂ ਕਿ ਪ੍ਰੀਤ ਗੋਬਿੰਦ ਸਿਓ ਲਾਗੀ, ਜਿਨਨੇ ਆਪਣੇ ਮਨ ਦੀ ਧਰਤੀ ਸਾਧਨ ਦਾ ਸੁਨਿਆ ਪ੍ਰਾਪਤ ਕਰ ਲਿਆ, ਉਹਦਾ ਮਨ ਫਿਰ ਇਸ ਸਰੀਰ ਦਾ ਗੋਬਿੰਦ ਬਣ ਜਾਂਦਾ ਹੈ, ਸਾਜਨ ਬਣ ਜਾਂਦਾ ਹੈ। ਸੋ ਜੋ ਮਨ ਕਰਕੇ ਗੋਬਿੰਦ ਨਾਲ ਜੁੜ ਗਿਆ ਅਤੇ ਆਪ ਗੋਬਿੰਦ ਨਾਲ ਇੱਕਮਿਕ ਹੋ ਗਿਆ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹਿ ਸਮਾਨਾ, ਵਨੈਸ ਵਿਦ that ਮੈਸੇਜ ਹੋ ਗਿਆ। ਜਾਂ ਕਿ ਪ੍ਰੀਤ ਗੋਬਿੰਦ ਸਿਓ ਲਾਗੀ, ਦੁੱਖ ਦੂਰੀ ਖਤਮ। ਇਹਦਾ ਮਤਲਬ ਪ੍ਰੀਤ ਦਾ ਮਤਲਬ ਹੈ ਸੱਚ ਦੇ ਮੈਸੇਜ ਨੂੰ, ਬਿਲਵਡ ਦੇ ਮੈਸੇਜ ਨੂੰ ਐਜ਼ ਇਸ ਮੰਨ ਕੇ ਆਪਣਾ ਸੁਖੀ ਹੋਣਾ ਵਾਲੀ ਕਾਰ ਕਮਾਣੀ, ਉਹਨੂੰ ਪਸੰਦ ਕਰਨਾ। ਜੋ ਤੁਧ ਭਾਵੈ ਸਾਈ ਪਰਿਕਾਰ। ਪਸੰਦ ਕਰ ਲਿਆ, ਭਾ ਗਿਆ। ਯੂ ਲਾਈਕ ਟਰੂਥਫੁਲ ਲਿਵਿੰਗ, ਯੂ ਲਾਈਕ ਮੈਸੇਜ ਆਫ ਦਾ ਟਰੂਥਫੁਲ ਲਿਵਿੰਗ, ਤਾਂ ਇਹਨੂੰ ਭਾਵੈ ਕਹਿੰਦੇ ਨੇ। ਇੰਜ ਨਹੀਂ ਹੈ ਕਿ ਰੱਬ ਜੀ ਨੂੰ ਕੋਈ ਬੰਦਾ ਭਾਵੈ ਕੋਈ ਬੰਦਾ ਨਹੀਂ ਭਾਵੈ, ਇਹ ਰੱਬ ਜੀ ਦੇ ਭਾਵੈ ਦੀ ਗੱਲ ਨਹੀਂ ਚੱਲ ਰਹੀ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਜਿਸਨੂੰ ਇਹ ਦਾਤ ਪਸੰਦ ਹੈ ਤਿਸ ਦੇ ਹੀ ਉਹਨੂੰ ਦੇ ਦਿੰਦੇ ਨੇ, ਉਹ ਦਾਤ ਦੇ ਦਿੰਦੇ ਨੇ। ਜਿਹਨੂੰ ਨਹੀਂ ਪਾਉਂਦੀ ਹੈ ਉਹ ਆਪਣੇ ਭਾਂਡੇ 'ਚ ਪਾਉਂਦਾ ਹੀ ਨਹੀਂ ਹੈ। ਨਹੀਂ ਪਾਉਣ ਵਾਲੇ ਦਾ ਭਾਂਡਾ ਪੁੱਠਾ ਹੈ, ਭਰਮ ਹੈ। ਨਹੀਂ ਪਾਉਣ ਵਾਲੇ ਦਾ ਥਾਟ ਪ੍ਰੋਸੈਸ ਬਲਰਡ ਹੈ, ਐਨਕ ਇਨਸਾਈਟ ਨਹੀਂ ਹੈ, ਦੇਖਣ ਦਾ ਵਿਜ਼ਨ ਨਹੀਂ ਹੈ। ਸੋ ਭਰਮ ਦੇ ਕਾਰਨ ਦੁੱਖ ਸ਼ੁਰੂ ਹੋਇਆ ਸੀ। ਦੁੱਖ, ਦਰਦ, ਦੁੱਖ ਦੇ ਕਾਰਨ ਦੂਰੀ ਹੋ ਗਈ ਸੀ। ਹੁਣ ਦੂਰੀ ਤੋਂ ਬਾਅਦ ਇੱਕ ਹੋਰ ਨਵੀਂ ਪ੍ਰੋਬਲਮ ਸ਼ੁਰੂ ਹੋ ਗਈ, ਪਲ ਪਲ ਪੇਨ। नहीं लभदा, बस चमड़ गया। इंज कदों भरम पिया, कदों हमें कित्थों उपजे, कित संजम में जाए। हुण ते इस वायरस नूं ठीक करना ना, मैं अपने ईगो वाले वायरस, अपना थॉट प्रोसेस दा इम्यूनिटी लैवल स्ट्रॉन्ग करना है। जे ना कीता तां मास्क भी बंदे रह जाएंगे, घर भी बैठे रहेंगे, डरदे भी रवांगे।
ਤੇ ਜਿਹੜੇ ਨਹੀਂ ਡਰਦੇ ਉਹ ਡਾਕਟਰ ਵੀ ਨੇ, ਨਰਸਿਸ ਵੀ ਨੇ, ਔਰ ਅਪਫਰੰਟ ਦੇ ਕੰਮ ਵੀ ਕਰ ਰਹੇ ਨੇ, ਔਰ ਉਹ ਜਾ ਕੇ ਕਰੋਨਾ ਦੀ तो मास्क लगाना, प्रिकॉशन लेना, डिस्टेंसिंग करना अपनी सिक्योरिटी है, लेकिन डरते रहना, डर डर मरते उन तो फिर 100 साल भी जी लो तो कुछ नहीं होता। पल पल मरने वाला जीवन जीवन नहीं है। सो असी पता ही नहीं कि मेरी पेन्स वाला जीवन शुरू कदों होया, किस तरह होया। जिन्हां ने सानू नहीं सोचन देना सी, सानू सच तो दूर करना सी, सानू भटकाना सी, उन्हां ने कह दिता रब ने कराया, पिछले जन्मां दे भागां करके कराया। उन्हां ने कह दिता रब ही बख्शिश कृपा करेगा तो छुटेगा। फिर असी अपने ते रिस्पॉन्सिबिलिटी भी नहीं लैंदे और रब ते ब्लेम लगाना भी शुरू कर देंदे। कईयां ने तो भी पिछले साल तो कहना शुरू कर दिता रब मनुख दी गलतियां दी सजा दे रहा है, इस करके रब ने कोरोना वायरस भेजा है, रब मनुख नू सबक सिखाना चाहता है। ये ते असी फिर बहुत ज्यादा ही जिहड़ा रब दिसदा नहीं, सानू आके कुछ कहंदा नहीं, उहदे ते ब्लेम लगाई जा रहे हैं। तू सुल्तान कहा हो मियां, उन्हों मियां मियां कही जा रहे हैं, ओदी वड्याइयां दा पता नहीं है। बेअंत बेशुमार करते के करना है ना ही शुमार, पता नहीं है। सो जाकी प्रीत गोबिंद स्यों लागी, जो अपनी स्टेबल मत प्राप्त करता है, अरे समझता है, जो अपने गो मतलब मन दी धरती नू फिक्स अप करता है, जाकी प्रीत गोबिंद स्यों लागी, ओदा की हो जाएगा दुख दर्द भ्रम टाका पागी, इट गोज ऑफ। जे जावे ना ता मुश्किल बनी रहती है। कदी मच्छर दे दिनां विच मच्छरदानी लगाना और बत्ती बंद करन सार सो के देखना मच्छरदानी दे अंदर, पता लगेगा मच्छर अभी भी काट रहे हैं। मम्मी पता नहीं लग रहा मच्छर कहाँ है, अभी है मच्छरदानी में है, पता ही नहीं लग रहा, निकल नहीं रहा। इंज जे भ्रम गया ही नहीं ते भाग्या ही नहीं ते दुख दर्द बनया रहेगा। सो जेड़ा दुख है ना, यह दूरी है, पेनफुल जीवन उस दूरी दे कारण है। होमे कित्थों उपजे, कित संजमे जाए दा तरीका जुगत मिल जाती है। जे लभ लीए शुरू कदों हुई है, कित्थों हुई है मेरे अंदर, ए मेरी मच्छरदानी मच्छर वड़िया कदों है, ए मैनू वायरस आया कदों है, तां इहदे आफ्टर इफेक्ट्स मैं देख पा रहा। खुआरी, डिस्टरबेंस, मेरा अणमनुखी इनह्यूमेन बिहेवियर, मैं बहुत स्लोली बड़े आराम दे नाल कॉमन मैन दी लैंग्वेज विच सांझ कर रहा, क्योंकि मैं कॉमन मैन हाँ। असी कोई प्रचारक ते संत बाबा जी ते है नहीं हाँ, असी ते कॉमन मैन हाँ, तो कॉमन मैन दी गल्लां करांगे ना। बार बार कोई वधिया वधिया लफज थोड़ा ना लेके आवांगे ज्ञान झाड़न वास्ते, या वधिया वधिया लफज लेके आवांगे भी संगतां पुराने लफ्जां नाल बोर ना हो जान। असी ते सांझ कर रहे हैं कि किस तरह क्लिक हो जाए, ब्रेक थ्रू हो जाए। वधिया वधिया लफ्जां नाल ब्रेक थ्रू नहीं होता है, वधिया वधिया सेंटेंसेस बोलण दे नाल ब्रेक थ्रू नहीं होता है। अपना क्लिक समझना है,
मेरे भ्रम दे कारण दुख शुरू होया, मेरे भ्रम दे कारण मेरे दर्द शुरू होए। से भरम विच पैना, भरम विच पए हैंडीकैप हो गए, भरम विच पए ब्लाइंड हो गए, देखना नहीं आंदा। भरम विच पए सच सुनना नहीं आंदा। भरम विच पए हर गल चों नैगेटिव लभ लैंदे आ, अपने दुख वास्ते नेगेटिव थॉट प्रोसेस लब लेंदे आ। नहीं उसने ये कहा होगा, नहीं उसकी तो ये आदत ही है, नहीं तुमने तो उस टाइम ये कहा था, मैं तो ये समझा था, मैं तो ये समझी थी, नहीं नहीं तुमने ये कहा था, नहीं नहीं तुमने ये किया था, मेरे पास प्रूफ है। बस ऐ सारियां गल्लां। साकत हर साध न जाने तिन अंतर हो मैं कंडा है, ज्यो जो चले चुभे दुख पावे। जमकाल सह से डंडा है, पल पल जमकाल, पल पल डीमन थॉट्स, पल पल मंदे ख्याल सतांदे ने। शैतान बाहर कोई नहीं हुंदा, शैतान मेरा मन ही है। और उहदे बारे असी बार बार बोलते। एक दिन हरप्रीत जी ने भी बोलिया सी, खंजर की क्या मजाल जो तुझे घायल कर सके, खंजर की क्या मजाल जो तुझे घायल कर सके, ये तेरे अपने ही है ख्याल जो तू घायल हुए जा रहा है। सो जदों असी अपसेट होंदे हां, जदों असी निंदक होंदे हां, जदों असी दिन रात डिस्टर्ब्ड रहंदे हां और ਉਹਦਾ ਬਲੇਮ ਦੂਜਿਆਂ ਤੇ ਪਾਉਂਦੇ ਹਾਂ, ਤਾਂ ਅਸੀਂ ਆਪਣੇ ਅੰਦਰ ਦੇ ਵੈਪਨ ਦੇ ਨਾਲ ਆਪਣਾ ਹੀ ਸੀਨਾ, ਆਪਣੇ ਹੀ ਗੀਟੇ ਪੱਥਰ ਇਕੱਠੇ ਕਰਕੇ ਆਪਣਾ ਹਾਰਟ ਬਲੀਡਿੰਗ ਕਰਦੇ ਰਹਿੰਦੇ ਆ, ਕੁਰੇਦਦੇ ਰਹਿੰਦੇ ਆ, ਆਪਣੇ ਆਪ ਨੂੰ ਦੁਖੀ ਕਰਦੇ ਰਹਿੰਦੇ ਆ ਔਰ ਆਸ-ਪਾਸ ਵਾਲਿਆਂ ਨੂੰ ਵੀ ਦੁਖੀ ਰੱਖਦੇ ਆ, ਸਮਾਜ ਵੀ ਖਰਾਬ ਕਰ ਦਿੰਦੇ ਆ, ਉਸਾਰੂ ਕੰਮ ਨਹੀਂ ਕਰਦੇ ਆ, ਉਸਾਰੂ ਕੰਮ ਕਰਨ ਵਾਲਿਆਂ ਦੀ ਨਿੰਦਾ ਵੀ ਸ਼ੁਰੂ ਕਰ ਦਿੰਦੇ ਆ। क्यों? क्योंकि मैनू ते अपना खून कढ़ना है, अपने आप नू कंडे चुबाना। पेन्स दर्द, दर्द कदों शुरू होया? दुख के कारण। दुख मतलब जदों मैं सच नू इग्नोर किया, हर बिसरत तेरे गुण गलिया। क्यों? क्योंकि सच नू सुनिया नहीं, मन एक ना चेतस मूड मना, मूर्खता की। अच्छा वो एक मेरे नाल सी, हाँ है। जो तू पैदा होया, हाँ जो तू पैदा होया मेरे नाल सी, बट आई हैव इग्नोर्ड। दुख शुरू हो गया किदे कारण? भरम दे कारण। सो ये जिहड़ा भरम है ना, इहदे नाल भटकना शुरू होंदी है, भरम दे कारण खोट आ जाती है, भरम दे कारण प्योरिटी वाली मत फेड हो जाती है। फेड मतलब असीं उहनूं सप्रेस कर दिंदे आ, उहनूं कहंदे ने 10 बस्तूले पाछे पावै, एक बस्त कारण एक बस्त नहीं ली। अपने शरीर दे 10 जिहड़े द्वारे ने ना, बेअंत द्वारे ने, बेअंत द्वारियां दे शरीर नूं द्वारका नगरी कहंदे ने। द्वारका नगरी मेरिया मोरियां दी सब तो वड्डी मोरी है मेरा मन, जिथों मैं नेगेटिव पिकअप कर करके लियांदे, उथों मेरे बर्ड निकल जाते ने। कबीर मन पंखी पे हो उड़ दे दिस जाए, जो जैसी संगत मिले सो तैसो फल खाए। सो हुन नेगेटिव पिकअप कर करके लियांदा, दुखी रहता। मेरिया मोरियां सारियां, ये मोरियां जे बंद करनी है तो गुर दिखलाई मोरी, जित मिर्ग पड़त है चोरी। मूंद लिए दरवाजे, सारे दरवाजे फिक्सअप हो सकते ने, पर भटकना च पै गए। मन ने भटकना च पाया, मैनू हैंडीकैप कर दिता। भरम च मैनू नजर नहीं आंदा, भरम विच मैनू सच सुनना नहीं आंदा। ए जिहड़ी मोरी वाला शरीर है ना, इसनू द्वारका नगरी कहते हैं।
किथे 9 द्वारियां दी गल कीती है, किथे 10 द्वारियां दी गल कीती है, किथे अनेका छिद्र दी गल कीती है, किथे कबीर बेड़ा जरजरा फूटे 6000 दी गल कीती है। अल्टीमेटली ते मैं हैंडीकैप होया ना भरम दे कारण। अल्टीमेटली ब्लर्ड देखनी हो गई, फॉगी देखनी हो गई, फॉगी सोचनी हो गई। हम अंधले अंध बिखे बिखराते क्यों चल रहे गुर चाली, किवें चल सकते हैं? थॉट प्रोसेस ही नेगेटिव है ही ते भरम है। मैं ठीक हाँ दूजे गलत ने, यही ते भरम है। मैं ते शरीफ हाँ दूजे मेरा मिसयूज करते ने, यही ते भरम है। मैं सच्चा सुच्चा दूजे मैनू लुट लैंदे ने, यही ते भरम है। बस इंज जदों असी अपने बारे इंट्रोस्पैक्शन शुरू करते हैं ना, ਤਾਂ हर पेन ਦਾ ਕਾਰਨ ਸਮਝ ਆਉਂਦਾ ਜਾਂਦਾ। ਇੱਥੇ ਸੱਚ ਇਗਨੋਰ ਕੀਤਾ, ਦੁੱਖ ਸ਼ੁਰੂ ਹੋਇਆ ਸੀ, ਇੰਜ ਦਰਦ ਆ ਰਿਹਾ ਇਸ ਵੇਲੇ, ਸਾਰੇ ਦਾ ਕਾਰਨ ਭਰਮ ਹੈ। ਸੋ ਇਹ ਸ਼ਬਦ ਪੂਰਾ ਵੀ ਡਿਸਕਸ ਹੋ ਸਕਦਾ ਹੈ, ਕਿਸੇ ਦਿਨ ਅਸੀਂ ਇਹਨੂੰ ਪੂਰਾ ਸਮਝ ਲਾਂਗੇ। पर सिंपली जा कमी साजन है समिया तिस जन को का की कमियां, वो सभ्य थोक प्राप्ते वाली मत उन्हें प्राप्त होगी, पर वो सभ्य थोक प्राप्ते वाली जिहड़ी मत नहीं लई, इस शरीर दे इन्हां द्वारियां दे स्वाद विच 10 वस्तु कहंदे ने। 10 वस्तु है दुनियावी बाहरले पदार्थां नूं नहीं कहंदे। 10 वस्तु ले पाछे पावे उन्हां नूं फॉलो करदा है। पाछे पावे मीनस अपने शरीर दे चस्कियां दे स्वादां दे विच पिया रहिंदा है। एक बस्त कारण वो एक बस्त नहीं लई, ओनू इग्नोर किया, मन एक न चेतस मूड़ मना। एक बस्त कारण भी खोट गवावे। खोट हुंदा है इंप्योरिटीज, भी खोट हुंदा है प्योर। प्योर वाली मत जिहड़ी है वो गवा ली। वो नानक लिखिया नाल है सी, भरम दे कारण वो गवा ली। हुण तैनू रस्सी दा सप नजर आएगा। हुण तेरी साकत की बिद नैनो डीठी वाली जीवनी साफ पड़ जाएगी। कड़वे को मीठा कहे, मीठे को कड़वा। बस था ते सब जगह हर गल नेगेटिव्स नेगेटिव्स नेगेटिव्स, क्योंकि एनालाइज करन दी विवेक बुद्धि जिहड़ी प्राप्त है वो ब्लाइंड हो गई है। ब्लाइंड दा मतलब विवेक बुद्धि खराब नहीं हो गई, विवेक बुद्धि उत्ते पर्दा पा लिया, उन्हें यूज नहीं कर रहे हैं। कर ही मैं अमृत भरपूर है अंदर ऐनक, पर मैं ऐनक उत्ते फॉग जमा ली है। ऐनक दा कसूर नहीं है, देखण दा ढंग गलत हो गया मेरा, समझण दा ढंग गलत हो गया, सुनन दा ढंग गलत हो गया, जबान दा बोलन दा खाण पीण दा ढंग गलत हो गया। यही ते परम है। सो अज असी अपनी ये पुस्तक पढ़ांगे। इस पुस्तक दे विचकार असी हुण रोज रोज 3-4 पॉइंट्स पढ़िया करांगे। भाव हर हफ्ते असी उहदे 3-4 पॉइंट्स पढ़िया करांगे। जे एक पॉइंट ज्यादा लंबी विचार हो जाएगी तो असी एक पढ़ांगे, नहीं तो 3-4 पढ़ लिया करांगे। ਇਹਦਾ मतलब ਜਿਹੜੇ ਜਿਹੜੇ ਅਖਾਣ ਇਸ ਪੁਸਤਕ ਇਸ 100 ਅਖਾਣ डिस्कस ਕੀਤੇ ਨੇ, ਤੇ ਜਦੋਂ ਦੀ ਇਹ ਪੁਸਤਕ ਛਪੀ ਹੈ ਤਾਂ ਤੋਂ ਮੈਂ ਅਗਲੇ 40-50 ਪੁਆਇੰਟਸ ਹੋਰ ਲਿਖ ਚੁੱਕਾ ਹਾਂ। ਉਹਨਾਂ ਨੂੰ ਮੇਰੇ ਪੁਸ਼ਪਿੰਦਰ ਵੀਰ ਜੀ ਟਾਈਪ ਕਰ ਰਹੇ ਨੇ ਤੇ ਉਹਨੂੰ ਪੁਸਤਕ ਦੀ ਸ਼ੇਪ ਵਿੱਚ ਤੁਹਾਡੇ ਅੱਗੇ ਅਸੀਂ ਅਗਲੇ ਫਿਰ 200 ਅਖਾਣ ਦੀ ਪੁਸਤਕ ਤੁਹਾਡੀ ਸਾਂਝ ਵਿੱਚ ਕਰਾਂਗੇ। ਇਹ ਪੁਸਤਕ ਤੁਸੀਂ ਸਾਰੇ ਲਿਵਿੰਗ ਟ੍ਰੈਜਰ ਆਫਿਸ ਤੋਂ ਕਾਲ ਕਰਕੇ ਮੰਗਵਾ ਵੀ ਸਕਦੇ ਹੋ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਈ ਬੁੱਕ ਦੀ ਫਾਰਮ ਵਿੱਚ ਵੀ ਆਪ ਜੀ ਦੀ ਸੇਵਾ 'ਚ ਹਾਜ਼ਰ ਕਰ ਸਕੀਏ।
ਪਰ ਇਹ ਬੁੱਕ ਅੱਜ ਆਡੀਓ ਵੀਡੀਓ ਫਾਰਮ ਵਿੱਚ ਬਣ ਜਾਏਗੀ ਜਿਉਂ-ਜਿਉਂ ਅਸੀਂ ਇਸ ਦੀ ਵਿਚਾਰ ਸਾਂਝ ਕਰਾਂਗੇ। ਸੋ ਇਸ ਬੁੱਕ ਨੂੰ ਪੜ੍ਹਨ ਤੋਂ ਅਸੀਂ ਅੱਜ ਪਿਛਲੇ ਪੁਆਇੰਟ ਨੂੰ ਰੀਕੈਪ ਕਰਦੇ ਹੋਏ ਲਿਆ ਰਹੇ ਹਾਂ, ਭਰਮ, ਵਹਿਮ ਅਤੇ ਅੰਧ ਵਿਸ਼ਵਾਸ ਤੋਂ ਉੱਚੇ ਰਹਿਣਾ। ਮੇਰਾ ਥਾਟ ਪ੍ਰੋਸੈਸ ਫੌਗੀ ਹੈ, ਇਲੂਜ਼ਨਡ ਹੈ, ਭਰਮ ਵਿੱਚ ਹੈ, ਇਸ ਦੀ ਧਰਤੀ ਫਿਕਸਅਪ ਕਰਨੀ ਹੈ। ਉਹ ਕਿਸ ਤਰ੍ਹਾਂ ਹੋਏਗੀ? ਜਾਕੀ ਪ੍ਰੀਤ ਗੋਬਿੰਦ ਸਿਓ ਲੱਗੀ। ਗੋਬਿੰਦ ਸਿਓ ਦਾ ਮਤਲਬ, ਗੋਬਿੰਦ ਕਿਸੇ ਮਨੁੱਖ ਨੂੰ ਨਹੀਂ ਕਹਿੰਦੇ, ਗੋ ਮਨ ਦੀ ਧਰਤੀ ਨੂੰ ਫਿਕਸਅਪ ਕਰਨ ਦਾ ਸਟੇਬਿਲਿਟੀ ਵਾਲਾ ਸੁਣਿਆ ਜੋ ਪ੍ਰੀਤ ਕਰਦਾ ਹੈ, ਪਸੰਦ ਕਰਦਾ ਹੈ, ਉਹਦਾ ਦੁੱਖ ਦਰਦ ਖਤਮ ਹੋ ਜਾਂਦਾ ਹੈ ਕਿਉਂਕਿ ਉਹਦਾ ਪਹਿਲਾਂ ਭਰਮ ਖਤਮ ਹੋ ਗਿਆ। ਜਦੋਂ ਭਰਮ ਖਤਮ ਹੋ ਜਾਂਦਾ ਹੈ ਤਾਂ ਆਪਣਾ ਸੁਣਨਾ, ਦੇਖਣਾ, ਸਮਝਣਾ ਵਾਲਾ ਹੈਂਡੀਕੈਪ ਫਿਕਸਅਪ ਹੋ ਜਾਂਦਾ ਹੈ। ਵਰਨਾ ਰੂਹਲਾ ਟੁੰਡਾ ਅੰਧਲਾ ਕਹਿ ਗੱਲ ਲੱਗਾ ਤਾਏ, ਵੀ ਕੈਨ ਨਾਟ ਐਮਬ੍ਰੇਸ ਗੋਡ। If we cannot embrace God, ਤਾਂ ਮਤਲਬ ਕੀ ਹੋਇਆ? We cannot embrace people. ਤੇਰ ਮੇਰ ਸ਼ੁਰੂ ਹੋ ਜਾਏਗੀ, डिसहार्मनी शुरू हो जाएगी, पाख्या पाओ अपार छूट जाएगी और निंदक जीवन बन जाएगा। ਸਾਰੇ ਭੈੜੇ, ਸਾਰੇ ਮੰਦੇ, ਸਾਰਿਆਂ ਨੇ ਮੈਨੂੰ ਲੁੱਟ ਲਿਆ, ਸਾਰਿਆਂ ਨੇ ਮੇਰੀ ਕੀਤੀ ਨਹੀਂ ਜਾਣੀ, ਸਾਰੇ ਥੈਂਕਲੈਸ ਹਨ। ਬਸ ਇਹ ਵਾਲੀਆਂ ਵਿਚਾਰਾਂ, ਇਹ ਵਿਚਾਰਿਆਂ ਮੈਨੂੰ ਕਾਰਨਰ ਕਰ ਦੇਣਗੀਆਂ ਔਰ ਇਹ ਵਿਚਾਰਾਂ ਦੇ ਨਾਲ ਸੁਸਾਈਡ ਹੋ ਜਾਂਦਾ ਹੈ। ਇਹ ਵਿਚਾਰਾਂ, ਮੰਦੀਆਂ ਵਿਚਾਰਾਂ ਕਰ ਕਰਕੇ ਨਾਮ ਨਾ ਜਪੈ ਸੇ ਆਤਮਘਾਤੀ ਬਣ ਜਾਂਦੇ ਆ। ਪਲ ਪਲ ਆਪਣਾ ਘਾਤ ਕਰਦੇ ਰਹਿੰਦੇ ਆ, ਆਪਣਾ ਮਰਡਰ ਰੋਜ਼ ਰੋਜ਼ ਕਰਦੇ ਰਹਿੰਦੇ ਆ, ਸਲੋ ਪੋਇਜ਼ਨ ਰੋਜ਼ ਰੋਜ਼ ਖਾਂਦੇ ਰਹਿੰਦੇ, ਕਿਉਂਕਿ ਗੋਬਿੰਦ ਨਹੀਂ ਹੋਇਆ, ਅਨਸਟੇਬਲ ਹੋ ਗਿਆ। ਸੋ ਵਿਜ਼ਡਮ ਲੈਣੀ, ਵਿਜ਼ਡਮ ਦੇ ਨਾਲ ਆਪਣੀ ਸਟੇਬਿਲਿਟੀ ਪਾਲਣੀ ਔਰ ਆਪਣੀ ਸਟੇਬਿਲਿਟੀ ਮਨ ਦੀ ਧਰਤੀ ਫਿਕਸਅਪ ਕਰਨਾ ਬਾਰੇ ਸਮਝਣਾ। ਜਾਂ ਕਿ ਪ੍ਰੀਤ ਗੋਬਿੰਦ ਸਿਓ ਲੱਗੀ, ਉਹ ਫਿਕਸਅਪ ਹੋ ਜਾਂਦਾ ਹੈ ਤਾਂ ਸਾਡੀ ਵਿਵੇਕ ਬੁੱਧੀ ਕਲੀਅਰ ਹੁੰਦੀ ਜਾਂਦੀ ਹੈ। ਵਿਵੇਕ ਬੁੱਧੀ ਨੂੰ ਸਤਿਗੁਰ ਕਹਿੰਦੇ ਨੇ। ਉਹ ਅਸੀਂ ਅੱਜ ਇਹਦੇ ਚੋਂ ਪੜਾਂਗੇ। ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਸਾਫ਼-ਸਾਫ਼ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ ਇਹ ਰੱਸੀ ਹੈ ਔਰ ਇਹ ਸੱਪ ਹੈ। ਪਰ ਬਚਕਾਨਾ ਬਿਰਤੀ ਹੋਵੇ, ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੇ, ਫਰਕ ਹੀ ਸਮਝ ਨਹੀਂ ਆਉਂਦਾ। ਸੋ ਆਪਣੀ ਵਿਵੇਕ ਬੁੱਧੀ ਨੂੰ ਰਿਟਰੀਵ ਕਰਨਾ, ਐਕਟੀਵੇਟ ਕਰਨਾ, ਪਰਪਸ ਕੀ ਹੈ? ਭਰਮ ਦੂਰ ਕਰਨਾ ਹੈ, ਜਿਹਦੇ ਕਾਰਨ ਮੈਨੂੰ ਦੁੱਖ ਮਿਲਦੇ ਨੇ, ਜਿਹਦੇ ਕਾਰਨ ਮੈਨੂੰ ਪੇਨਸ ਹੁੰਦੀਆਂ ਨੇ, ਦੁੱਖ ਦਰਦ। ਉਹ ਮਨ ਦੀ ਧਰਤੀ ਫਿਕਸਅਪ ਹੋ ਗਈ, ਚੰਗੇ ਮੰਦੇ, ਰਾਈਟ ਰੋਂਗ, ਸਾਰ ਅਪਸਰ ਕੀ ਸਾਰ ਸਮਝ ਆ ਗਈ। ਬਿਖੋਟ ਗਵਾਵੈ ਜਿਹੜਾ ਹੋ ਗਿਆ ਸੀ, ਪਿਓਰਿਟੀ ਵਾਲੀ ਮਤ ਮੈਂ ਗਵਾ ਬੈਠਾ ਸੀ, ਵਿਵੇਕ ਬੁੱਧੀ ਉਹ ਪ੍ਰਾਪਤ ਹੋ ਗਈ, ਰਿਟਰੀਵ ਹੋ ਗਈ, ਅੰਦਰ ਹੀ ਸੀ। ਬਚਪਨ ਵਿੱਚ ਮੈਨੂੰ ਯਾਦ ਹੈ ਕਿ ਮੈਂ ਬਾਰ-ਬਾਰ ਤਾਰ ਲਗਾਉਂਦਾ ਸੀ ਉਸ ਬੈਟਰੀ ਨੂੰ, ਪਰ ਬੈਟਰੀ ਦਾ ਕਨੈਕਸ਼ਨ ਜਿਹੜੀ ਤਾਰ ਲਗਾ ਕੇ ਬਲਬ ਨੂੰ ਔਨ ਕਰਦਾ ਸੀ, ਬਲਬ ਜਗਦਾ ਨਹੀਂ ਸੀ। ਤਾਂ ਮੈਂ ਆਪਣੇ ਬੀਜੀ ਨੂੰ ਕਿਹਾ ਨਹੀਂ ਜਾਗ ਰਿਹਾ। ਫਿਰ ਮੈਂ ਬਲੇਮ ਲਗਾਇਆ ਆਪਣੇ ਬ੍ਰਦਰ ਜੋਗੀ ਤੇ ਕਿ ਉਹ ਬੈਟਰੀ ਪੁਰਾਣੀ ਲੈ ਆਇਆ ਹੈ ਜਾਂ ਬੈਟਰੀ ਖਰਾਬ ਹੈ ਜਾਂ ਕੁਛ। ਫਿਰ ਮੇਰਾ ਬ੍ਰਦਰ ਆਇਆ, ਉਹਨੇ ਕਿਹਾ ਬੈਟਰੀ ਤਾਂ ਨਵੀਂ ਲੈ ਕੇ ਆਇਆ ਵਾਂ। ਫਿਰ ਜੋਗੀ, ਹੈ ਜਗਦੀ ਕਿਉਂ ਨਹੀਂ ਟਾਰਚ? ਮੇਰੇ ਬੀਜੀ ਨੇ ਵੀ ਪੁੱਛਿਆ, ਮੈਂ ਵੀ ਪੁੱਛਿਆ। ਤਾਂ ਜੋਗੀ ਕਹਿੰਦਾ ਹੈ ਜਿਹੜੀ ਤਾਰ ਹੈ ਨਾ, ਇਸ ਤਾਰ ਨੂੰ ਰੇਗ ਮਾਰਗ ਦੇ ਨਾਲ ਥੋੜਾ ਰਗੜ ਦਿਓ। ਲਾਇਆ ਕੁਛ ਵੀ ਨਹੀਂ, ਅੰਦਰ ਹੈ ਸੀ એનર્ਜੀ, ਸਿਰਫ ਤਾਰ ਉੱਤੇ ਫੰਗਸ ਜੰਮ ਗਈ ਸੀ, ਤਾਰ ਉੱਤੇ ਕੋਈ ਮੈਲ ਚੜ ਗਈ ਸੀ, ਜਿਹਦੇ ਕਾਰਨ ਬੈਟਰੀ ਦਾ ਕਰੰਟ ਪਾਸ ਨਹੀਂ ਸੀ ਹੋ ਰਿਹਾ। ਉਹ ਸਾਫ਼ ਕੀਤੀ, ਲਗਾਇਆ, ਟਾਰਚ ਜਲ ਪਈ।
सब में जोत जोत है सोए तिसदे चानन, सब में चानन होए। गुरसाखी गुरु दी सिक्ख्या, जोत प्रगट होए। हो गई विवेक बुद्धि एक्टिवेट हो गई। रिट्रीव हो गई। विवेक बुद्धि नू प्राप्त करना, विवेक बुद्धि प्राप्त करके सब तो पहला पॉइंट समझ आता है मैं किथे गलत हाँ। जे तां समुद्र सागर नीर भरिया ते अवगुण हमारे नजर आने शुरू हो जाते ने, वरना अज तक असीं वो शब्द पढ़दे हां पर लोकां दे नजर आंदे ने। अपने आप नू सियाणा, शरीफ, विद्वान, धर्मी, पायस, ऑनेस्ट समझदे हां। जे तां समुद्र सागर नीर भरिया ते अवगुण हमारे दे बदले लोकां के अवगुण नजर आने शुरू हो गए। सो सतगुर दी मत, विवेक बुद्धि वाली ऐनक, वो वाला विजन प्राप्त होता है ना, तो पता है की होता है? सब तो पहली गल समझ जाती है, वेयर आई एम मिस्टेकन। मैं अपनी जिंदगी च गलत मोड़ किथे किथे कट्टिया, मैं किथे किथे कार गलत चलाई, मैं किथे किथे थॉट प्रोसेस नेगेटिव कीता, वेयर आई वाज ड्रिफ्टेड अवे, जिदे कारण भरम पिया ते दुख दर्द शुरू होए। तां दे भरम दे कारण अज दुख दर्द हो रहे ने। इन्ना डिस्टेंस भी समझ आंदा जांदा है। जह पैंडे महा अंध गुबारा, हर का नाम सांग उजियारा, उथे लाइट पई, ओ अच्छा हेयर यहां पर भी मेरी गलती हो गई थी, ओ आई वाज मिस्टेकन हियर, ओ अच्छा इत्थे भी गलती हो गई सी, ओ इंज मेरा सुभाव पै गया सी, अच्छा ए वाली मेरी हैबिट पै गई सी। अपने बारे परम गया क्योंकि मेरी विवेक बुद्धि, एनालाइज करने वाली अक्ल, डिवाइन इंटेलेक्ट एक्टिवेट हो गया। नानक से अखड़ियां बयान प्राप्त हो गईया। जिना डेसंदो मां फिरी हार जा देखो सतगुर नैनी, सतगुर दियां अखां प्राप्त हो गईया। हाउ सतगुर लुक्स एट, इस तरह मनु कृपा कटाख अवलोकन कीनो अपना अंदर दा इंट्रोस्पेक्शन करनी आ गई। जिन्हों अपनी इंट्रोस्पेक्शन करनी ना आए वो काना है, जिन्हों अपनी इंट्रोस्पेक्शन करनी ना आए उन्होंने लुच्चा कहते हैं। देखना नहीं आता, देखता है तो गलत देखता है तो गलत इंटेंशन से देखता है, लुच्चा। कई लोग तो यह भी कहते हैं कि एक किस्म की एब्यूज है, गाल है। अच्छा मैं जे तकदा ते मैं इतना कर्स्ट मंदभागी जीवन बना लिया, अपना त्रिगाकार वाला जीवन बना लिया, मैं लुच्चा हो गया, मैनू देखना ही नहीं आता। देखना ते ग्रीड दी नजर नाल और नेगेटिव नजर दे नाल। ਇਹਦਾ मतलब विवेक बुद्धि वाली ऐनक उत्ते फॉग है। कई कहते ने जे सब दे अंदर रब वसदा है ते लोकी बुरा क्यों करते ने? ए बहुत वारी क्वेश्चन होया। जे सब दे अंदर गॉड है, सब दे अंदर रब है, तो लोग की बुरा क्यों करते ने? इस क्वेश्चन दा आंसर हमेशा इको ही रहेगा, क्योंकि सच पुराना ना थी है, ओदा इको ही स्टेटमेंट रहेगी कि बुरा तां कीता क्योंकि अंदर दे रब दी आवाज सुनी नहीं। अंदर दे रब दी आवाज नानक लिखिया नाल पढ़ना नहीं आया, देखना नहीं आया, ਉਹ ਵਾਲਾ ਵਿਜ਼ਨ ਪ੍ਰਾਪਤ ਨਹੀਂ ਹੋਇਆ। ਉਹਦੇ ਉੱਤੇ ਪਰਦਾ ਪਾ ਦਿੱਤਾ, ਉਹਨੂੰ ਕਹਿੰਦੇ ਨੇ ਮੱਤ ਉੱਤੇ ਪਰਦਾ ਪੈ ਗਿਆ, ਅੰਨਾ ਹੋ ਗਿਆ, तेरी मत मारी गई है।
ਉਹ ਵਾਲੀ ਦੇਖਣ ਦੀ एबिलिटी पढ़ रहे हैं। हाँ जी, हुण पढ़ो जी। पुष्पिंदर जी, मम्मी जी नू बोलो कि वो हुण पढ़न। जे उन्हां दा कनैक्शन नहीं है तां अमन जी तुसी पढ़ो, हरप्रीत सिंह जी तुहाडे मम्मी कोल बैठे तुसी पढ़ो। ਹਰਪ੍ਰੀਤ ਮੰਮੀ ਨੂੰ ਕਹੋਗੇ ਉਹ ਪੜਨਗੇ ਤੇ ਬੈਟਰ ਹੈ। ਜੀ ਆਈ ਥਿੰਕ ਕਿਤਾਬ ਲਿਆ ਰਹੇ ਨੇ, ਸਾਨੂੰ 1-2 ਮਿੰਟ ਲੱਗਣਗੇ ਉਹਦੇ ਵਿੱਚ। ਅੱਗੋਂ ਵਾਸਤੇ ਸਭ ਨੂੰ ਬੇਨਤੀ ਕਰੋ ਕਿ ਸਾਰੇ ਆਪਣੀ ਪੁਸਤਕ ਆਪਣੇ ਸਾਹਮਣੇ ਖੋਲ ਕੇ ਰੱਖਣ ਤਾਂ ਕਿ ਸੈਂਟੈਂਸ ਪੜ੍ਹਦਿਆਂ ਉਹ ਬੁੱਕ ਚੋਂ ਦੇਖਣ ਤੇ ਨਾਲ ਮੈਂ ਤੁਹਾਡੇ ਨਾਲ ਸਾਂਝ ਕਰੀ ਜਾਵਾਂਗਾ ਤਾਂ ਕਿ ਇਹ ਬੁੱਕ ਸਿਰਫ ਪੇਪਰ ਉੱਤੇ ਛਪੀ ਨਾ ਰਹਿ ਜਾਏ, ਆਡੀਓ ਵੀਡੀਓ ਫਾਰਮ ਵਿੱਚ ਬਣ ਜਾਏ। ਰਾਈਟ, ਠੀਕ ਹੈ ਜੀ। ਠੀਕ ਹੈ ਜੀ। ਅੱਜ ਰੀਕੈਪ ਦੇ ਨਾਲ ਅਸੀਂ ਇਸ ਬੁੱਕ ਵਿੱਚ ਐਂਟਰ ਕਰ ਰਹੇ ਹਾਂ। ਉਦੋਂ ਤੱਕ ਜੀ ਸਾਡੇ ਨਾਲ ਬੁੱਕ ਅਰੇਂਜ ਕਰ ਰਹੇ ਨੇ ਤੇ ਆਈ ਥਿੰਕ ਅਸੀਂ ਉਦੋਂ ਤੱਕ ਟਾਈਮ ਨੂੰ ਥੋੜਾ ਯੂਜ਼ ਕਰ ਸਕਦੇ ਹਾਂ ਕਿ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਲਿਵਿੰਗ ਚੇਅਰ ਦੇ YouTube ਚੈਨਲ ਤੇ ਵੀ ਜੁਝਾਰਵੀਰ ਜੀ, ਦਲਵਿੰਦਰ ਜੀ ਔਰ ਪੁਸ਼ਪਿੰਦਰ ਜੀ ਮਿਹਨਤ ਕਰਕੇ ਸ਼ਾਰਟ ਵੀਡੀਓਜ਼ ਡੇਲੀ ਜਿਹੜੇ ਕਿ ਮਾਰਨਿੰਗ ਔਰ ਈਵਨਿੰਗ ਦੇ ਵਿੱਚ ਪਾਏ ਜਾਂਦੇ ਨੇ। ਉਹ ਆਪ ਸਭ ਬੜੀ ਹੀ ਬਰਤਾਂਗ ਨਾਲ ਦੇਖ ਰਹੇ ਹੋ ਤੇ ਜਿਹਦੇ ਨਾਲ ਸਾਨੂੰ ਬਹੁਤ ਬੈਨੀਫਿਟਸ ਵੀ ਹੋ ਰਹੇ ਨੇ। ਸੋ ਪਲੀਜ਼ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪ ਜੀ ਉਹ ਸਬਸਕ੍ਰਾਈਬ ਕਰ ਸਕਦੇ ਹੋ। ਤੇ ਆਈ ਥਿੰਕ ਅਗਰ ਉਹ ਨਹੀਂ ਹੋ ਰਿਹਾ ਤਾਂ ਅਸੀਂ ਇਹ ਰੀਡਿੰਗ ਕਰ ਸਕਦੇ ਹਾਂ ਵੀਰ ਜੀ ਅੱਜ ਦੇ ਅਖਾਣ ਦੀ। ਸੋ ਪਹਿਲਾ ਅਖਾਣ you want me to read ਹਾਂਜੀ carry on. You want me to read first one or the second one? ਹਾਂਜੀ ਫਸਟ। ਪਰਮ ਆਸਤਾ ਪੜਨਾ, ਜਿੱਥੇ ਮੈਂ ਇੰਟਰਫੀਅਰ ਕਰਾਂਗਾ ਉੱਥੇ ਤੁਸੀਂ ਚੁੱਪ। ਹਾਂਜੀ। ਪਰਮ ਚ ਪੈਣਾ, ਅਸਲੀਅਤ ਨੂੰ ਦੇਖੇ, ਸੁਣੇ, ਸਮਝੇ ਅਤੇ ਮਹਿਸੂਸ ਕੀਤੇ ਬਿਨਾ ਮਨ ਦੀ ਜੋ ਦਿਸ਼ਾ ਹੁੰਦੀ ਹੈ ਉਸ ਨੂੰ ਪਰਮ ਕਹਿੰਦੇ ਹਨ। ਹਾਂਜੀ, ਇਹਦਾ ਮਤਲਬ ਇਹ ਪਰਮ ਰੱਬ ਨੇ ਨਹੀਂ ਪਾਇਆ। ਠੀਕ ਮੈਂ ਸਮਝਣਾ ਨਹੀਂ ਚਾਹੁੰਦਾ, ਠੀਕ ਮੈਂ ਸੁਣਨਾ ਨਹੀਂ ਚਾਹੁੰਦਾ, ਇਸ ਅਵਸਥਾ 'ਚ ਰੱਬ ਨੇ ਮੈਨੂੰ ਨਹੀਂ ਪਾਇਆ ਹੈ। ਬਲਕਿ ਰੱਬ ਨੇ ਤੇ ਮੈਨੂੰ ਕੰਨ ਔਰ ਅੱਖ, ਨੱਕ, ਕੰਨ ਦਿੱਤੇ ਨੇ। ਮੇਰੀ ਮਨ ਦੇ ਅੰਦਰ ਵੀ ਸੱਚ ਦੀਆਂ ਅੱਖਾਂ ਦਿੱਤੀਆਂ ਨੇ, ਪਰ ਉਹ ਨਾਨਕ ਲਿਖਿਆ ਨਾਲ ਵਾਲੀ ਅਕਲ ਮੈਨੂੰ ਦਿੱਤੀ ਹੈ, ਪਰ ਮੈਂ ਆਪਣੇ ਆਪ ਨੂੰ ਪਰਮ ਵਿੱਚ ਪਾਇਆ ਹੈ। ਆਈ ਇਗਨੋਰਡ ਦਾ ਟਰੂਥ, ਤਾਂ ਹੀ ਮੈਂ ਸਿਮਰਨ ਦੀ ਅਵਸਥਾ ਤੋਂ ਟੁੱਟਿਆ। ਭਰਮ ਚ ਪੈਣ ਵੇਲੇ ਨਾ ਮੈਂ ਸੱਚ ਸੁਣਦਾ ਹਾਂ, ਨਾ ਸੱਚ ਦੇਖਦਾ ਹਾਂ, ਨਾ ਸੱਚ ਸਮਝਣਾ ਚਾਹੁੰਦਾ ਹਾਂ, ਤਾਂ ਉਹਨੂੰ ਮਨ ਕੀ ਮਾਇਆਤਾਰੀ ਵਾਲੀ ਅਵਸਥਾ ਕਹਿੰਦੇ ਨੇ। ਮਨ ਅੰਨਾ ਹੋ ਗਿਆ, ਮਾਇਆਤਾਰੀ ਅਤੰਨਾ ਬੋਲਾ, ਰੂਲਾ ਟੁੰਡਾ ਅੰਧਲਾ ਸੀ ਹੈਂਡੀਕੈਪ ਹੋ ਗਏ। We don't know how to behave. We don't know how to use my all organs. ਜੀ, ਜੋ ਕੁਝ ਮਨ ਦੇਖਦਾ, ਸੁਣਦਾ ਅਤੇ ਸਮਝਦਾ ਰਹਿੰਦਾ ਹੈ ਉਹ ਅਸਲੀਅਤ ਨਹੀਂ ਹੁੰਦੀ, ਬਲਕਿ ਪਰਮ ਹੀ ਹੁੰਦਾ ਹੈ। ਮਨ ਦੇ ਪਰਮ ਕਾਰਨ ਰੱਸੀ ਵੀ ਸੱਪ ਲੱਗਦੀ ਹੈ। ਸੋ ਇਹ ਅਸੀਂ ਅੱਜ ਸਮਝ ਚੁੱਕੇ ਹਾਂ ਕਿ ਸਾਨੂੰ ਦੇਖਣ ਦੀ ਅਕਲ ਨਹੀਂ ਹੈ, ਇਸ ਕਰਕੇ ਰੱਸੀ ਸੱਪ ਲੱਗਦੀ ਹੈ। ਗੁਰਬਾਣੀ ਕਹਿੰਦੀ ਹੈ, ਮਾਧਵੇ
क्या कहिए भ्रम ऐसा, जैसा मानिए होए ना तैसा। जी। जिस अकल सूझबूझ ਅਤੇ बुद्धि नाल असलीयत नजर आ जावे उसे बुद्धि ਨੂੰ विवेक बुद्धि ਕਹਿੰਦੇ ਹਨ। ਸੋ ਵਿਵੇਕ ਬੁੱਧੀ ਨਾਲ ਪਹਿਲੀ ਅਸਲੀਅਤ ਇਹ ਨਜ਼ਰ ਆਉਂਦੀ ਹੈ ਕਿ ਮੈਂ ਗਲਤ ਕਿੱਥੇ ਹਾਂ। ਫਿਰ ਦੂਜੀ ਅਸਲੀਅਤ ਇਹ ਨਜ਼ਰ ਆਉਂਦੀ ਹੈ ਕਿ ਉਹ ਵਾਲੀ ਅਕਲ, ਉਹ ਵਾਲੀ ਮੱਤ, ਉਹ ਵਾਲਾ ਮੈਸੇਜ ਸੁਣ ਕੇ ਮੈਂ ਆਪਣੇ ਆਪ ਨੂੰ ਫਿਕਸ ਕਰ ਸਕਾਂ। ਇਹ श्रवणो मेरियो साचा सुनन नो पठाए, शरीर लाए सुनो सतबाणी, जित सुनी मन तन हरिया हुआ रसना रस माणी। हुन मैनू सुनना आ जाएगा। मेरे कान ठीक हो गए। हाँ जी। इसे विवेक बुद्धि के कारण रस्सी ਅਤੇ ਸੱਪ फर्क साफ साफ नजर आ जाता है। हाँ जी। वरना जे रस्सी नु सप समझ लांगे तो सब तो पहली बीमारी की आएगी, पहला डीमन की आ जाएगा मेरे थॉट प्रोसेस ही डर। डर दे कारण साडे बहुत सारे सवाल ने ना, नहीं इंज ते फिर अगला लुट लेगा, इंज ते अगला सिर ते चढ़ जाएगा, जे मिठा बोलांगा ते वो मैनू मिसयूज कर लेंगे, नहीं नहीं कल इंज हो जाएगा, परसों इंज हो जाएगा। अगलियां कहानियां पानी शुरू कर दी हैं पिछले पास्ट दे बैड एक्सपीरियंस डिस्कस कर करके। आप भी फंस गए, पास्ट छुटिया नहीं, क्रोध भी चढ़ गया, निंदक स्वभाव भी बन गया। सो विवेक बुद्धि के कारण क्लियर हो गया व्हाट इज रस्सी, व्हाट इज सप। विवेक बुद्ध सतगुर ते पाई, गुर ज्ञान गुरु प्रभ केरा। हाँ जी। विवेक बुद्धि नु ही ते सतगुर कहंदे ने। को कबीर मैं सो गुर पाया, जाका नाउ विवेको। जी साडे कोल एक जदों सवाल भी आ रहा है। हाँ जी। साडे कोल चरणजीत कौर जी ने एक सवाल भी चैट विच लिखा है। वो पूछ रहे ने कि कोरोना भी डर है। देखो मैनू मेडिकल साइंस बारे कुछ समझ नहीं है। जितना तुसी सारे ने सुनिया उतना ही मैं भी सुनिया, हो सकता है घट सुनिया होवे। उन्हां दी मेडिकल साइंस दे मुताबिक कहंदे ने कोई वायरस है। अच्छा चलो मान लेंदे हां, लेकिन वायरस ते बथेरे ने। वायरस कितने किस्मत दे असीं सुन रहे हैं, हजारां सालां तो सुन रहे हैं। पर जे असीं डर डर के रवांगे तब वायरस ने डर पाया है या मेरे थॉट प्रोसेस ने पाया, इहदा फर्क समझना है। जे मेरे अंदरों इंसानियत खत्म हो रही है ना, तब वायरस ने मेरे अंदर खत्म नहीं की है, कोरोना वायरस ने मेरे थॉट प्रोसेस ने खत्म की है। ताही मैं डर के घर बैठा, ताही जेड़े चंगा काम कर रहे ने उन्हां दी मैं निंदा कर रहा, ताही मैं लोगों नाल दूरी पा के घर बैठ के पटा लिखा आया भी मैं ते 100-150 साल जीना ही है। मनु मौत दा डर पै गया है ना। तो मौत दे डर तो जिहड़ा मेरी अवस्था बनी है और मैं सिमरन तो टूट गया, यह वायरस ने नहीं पाई, कोरोना ने नहीं पाई। डॉक्टर नूं ही पता है वायरस है, पर वो तो मरीज नूं हाथ ला रहा, मरीज दे कोल जांदा है, नर्स नूं भी पता है। सिर्फ थॉट प्रोसेस ही नहीं है ना समझण दा, फिर बिहेवियर दा। एक दा पति बाहर जाके जेड़े कोरोना करके उजड़ के बेचारे अपने अपने गांव जा रहे सी, एक दा पति या पत्नी या घर दे मैंबर उन्हां नूं जाके रोटी दे रहे ने, पानी पिला रहे ने, पर जेड़े जिन्हों डर लग गया वो घर बैठ के कह रहा नहीं 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 वहां नहीं जाना, कोरोना चिपट जाएगा।
ਉਸੇ ਘਰ ਦੇ ਮੈਂਬਰ ਨੇ, ਉਸੇ ਚੱਕੀ ਦਾ ਆਟਾ ਖਾਂਦੇ ਨੇ, ਉਹੀ ਪਾਣੀ ਪੀ ਰਹੇ ਨੇ। ਮਾਸਕ ਵੀ ਦੋਵਾਂ ਨੇ ਲਾਇਆ ਹੋਇਆ। ਫਰਕ ਪੈ ਗਿਆ ਨਾ। ਇਹਦਾ ਮਤਲਬ ਇੰਡੀਵਿਜੂਅਲ ਦੇ ਵਿਵੇਕ ਬੁੱਧੀ ਦੇ ਉੱਤੇ ਕਿਤਨਾ ਪੜਦਾ ਪਿਆ। ਜਿਤਨਾ ਜ਼ਿਆਦਾ ਪੜਦਾ ਪਾ ਲਿਆ ਉਤਨਾ ਡਰ ਵੱਧ ਗਿਆ। ਅਰਬਤ ਨਰਬਤ ਤੰਦੂਕਾਰ ਹੈ, ਉਸ ਕਾਰ ਨੂੰ ਕਮਾ ਰਿਹਾ। ਹਾਂਜੀ, ਮੈਂ ਇਹ ਤੇ ਬੋਲਦਾ ਹੀ ਚਲਾ ਗਿਆ, ਪਰ ਮੈਂ ਖੀਮਾ ਦਾ ਜਾਚਕ ਵਿੰਦਰੀ ਭੂਆ ਜੀ ਕੋਲੋਂ ਜਾਂ ਜਸਮੀਤ ਸਿੰਘ ਕੋਲੋਂ ਤੁਸੀਂ ਉਹਨਾਂ ਦੇ ਵਿਚਾਰ ਤੇ ਸ਼ੇਅਰਿੰਗ ਲਈ ਨਹੀਂ, ਤੇ ਮੈਂ ਵਾਰੀ ਨਹੀਂ ਦਿੱਤੀ। ਆਮ ਸੌਰੀ। ਕੋਈ ਹੋਰ ਹੈ ਤੇ ਉਹਨਾਂ ਦੀ ਸਾਂਝ ਲੈ ਸਕਦੇ ਹੋ, ਪਰ ਸਭ ਤੋਂ ਪਹਿਲਾਂ ਵਿੰਦਰੀ ਭੂਆ ਜੀ ਦੀ ਲੈ ਲਓ, ਇਫ ਸ਼ੀ ਇਜ਼ ਅਵੇਲੇਬਲ। ਜੀ ਸਾਡੇ ਨਾਲ ਆਈ ਥਿੰਕ ਅੱਜ ਭੂਆ ਜੀ ਔਰ ਜਸਮੀਤ ਜੀ ਨਹੀਂ ਨੇ। ਫਿਰ ਤੇ ਸਵਾਲ ਲੈ ਸਕਦੇ ਹੋ, ਸ਼ੇਅਰਿੰਗ ਲੈ ਸਕਦੇ ਹੋ। ਹਾਂਜੀ, ਨਹੀਂ ਤੇ ਅਸੀਂ ਵੀ ਜੀ ਇੰਜ ਵੀ ਕਹਿ ਸਕਦੇ ਹਾਂ ਕਿ ਵੀ ਅਗਲਾ ਬੰਦੇ ਦੇ ਅੰਦਰ ਡਰ ਆਲਰੇਡੀ ਹੁੰਦਾ ਹੀ ਹੈ। ਕਰੋਨਾ ਦਾ ਸਿਰਫ ਇੱਕ ਬਹਾਨਾ ਹੀ ਹੈ। You are already mentally in that stage, ਤੇ ਤੁਹਾਨੂੰ ਇੱਕ ਤੁਹਾਡੇ ਵਾਸਤੇ ਇੱਕ ਕਰੋਨਾ ਦਾ ਕੋਈ ਪੁਆਇੰਟ ਬਣਿਆ ਤੇ ਤੁਸੀਂ ਇਹ ਕਹਿ ਦਿੱਤਾ ਬਿਕੋਜ਼ ਆਫ ਕਰੋਨਾ। ਬਟ ਅਦਰਵਾਈਜ਼ ਆਲਸੋ ਜੋ ਤੁਸੀਂ ਅਸੀਂ ਬੰਗਲਾ ਸਾਹਿਬ ਆਰਟੀਕਲ ਛਾਪ ਕੇ ਵੰਡਿਆ ਸੀਗਾ, ਆਈ ਥਿੰਕ ਆਲਰੇਡੀ ਬੜੇ ਸਾਰੇ ਸਾਲਾਂ ਤੋਂ ਆਪਸੀ ਦੂਰੀ ਔਰ ਇਹ ਸਾਰਾ ਕੁਝ ਉਹ ਜਿਹੜਾ ਸਿਸਟਮ ਹੈ ਉਹ ਸ਼ੁਰੂ ਹੋ ਹੀ ਚੁੱਕਾ ਸੀ। ਸਿਰਫ ਉਸ ਅੱਗ ਨੂੰ ਕਰੋਨਾ ਨੇ ਹੋਰ ਵਧਾਇਆ ਹੈ। ਬਟ ਆਈ ਫੀਲ ਆਲਰੇਡੀ ਸਾਡੇ ਸਿਸਟਮ ਦੇ ਅੰਦਰ ਇਹ ਸਾਰਾ ਕੁਝ ਬਹੁਤ ਸਾਰੇ ਸਾਲਾਂ ਤੋਂ ਹੋ ਹੀ ਚੁੱਕਿਆ ਸੀ। ਜੀ ਉਹ ਇੱਕ ਸਵਾਲ ਹੋਰ ਪੁੱਛਣੇ ਚਰਨਜੀਤ ਕੌਰ ਜੀ, ਕਿ ਮੌਤ ਆਪਣੇ ਆਪ 'ਚ ਹੀ ਇੱਕ ਡਰ ਹੈ? ਹਾਂਜੀ, ਕਿਉਂਕਿ ਸਾਨੂੰ ਉਹਨੇ ਦੇਖਣਾ ਨਹੀਂ ਆਉਂਦਾ ਨਾ, ਸਮਝਣਾ ਨਹੀਂ ਆ ਰਿਹਾ, ਤਾਂ ਅਸੀਂ ਮੌਤ ਦੀ ਡੈਫੀਨੇਸ਼ਨ ਡਰ ਪਾ ਦਿੱਤੀ ਹੈ। ਉਹਦੇ ਕਾਰਨ ਅਸੀਂ ਰੱਬ ਨੂੰ ਵੀ ਡਰਾਕਲ ਬਣਾ ਦਿੱਤਾ ਹੈ, ਡਰਾਉਣ ਵਾਲਾ ਬਣਾ ਦਿੱਤਾ ਹੈ। ਰੱਬ ਕੋਲੋਂ ਡਰ ਕੇ ਰਹੋ, ਰੱਬ ਇੰਝ ਕਰ ਦੇਗਾ, ਹੇਠਲੀ ਉਤਲੀ ਕਰ ਦੇਗਾ, ਧਰਤੀ ਤੋਂ ਕਾਸ਼ ਚੜਾ ਦੇਗਾ, ਚੜੇ ਕਾਸ਼ ਡਿਗਾ ਦੇਗਾ, ਰਾਜੇ ਨੂੰ ਭਿਖਾਰੀ ਬਣਾ ਦੇਗਾ, ਭਿਖਾਰੀ ਨੂੰ ਰਾਜਾ ਬਣਾ ਦੇਗਾ। ਤਾਂ ਅਸੀਂ ਫਿਰ ਸਾਡੇ ਘਰਾਂ 'ਚ ਅਸੀਂ ਇੱਕ ਸਟੇਟਮੈਂਟ ਦੇਣੀ ਸ਼ੁਰੂ ਕਰ ਦਿੱਤੀ ਹੈ। ਕਿਸੇ ਦੀ ਮੇਰੀ ਉਹ ਲਵਲੀ ਵੀਰ ਜੀ ਨਾਲ ਗੱਲ ਹੋ ਰਹੀ ਸੀ, ਉਹਨਾਂ ਦਾ ਪੋਤਰਾ ਉਹਨਾਂ ਦੇ ਕੋਲ ਆ ਕੇ ਸੌਂਦਾ ਹੈ, ਤਾਂ ਕਹਿੰਦਾ ਹੈ ਰਾਤੀ ਮੈਨੂੰ ਪੁੱਛਦਾ ਹੈ ਕਿ ਦਾਦੀ ਕਹਾਂ ਗਈ। ਦਾਦੀ ਦੀ ਡੈਥ ਹੋ ਚੁੱਕੀ ਹੈ। ਤਾਂ ਮੈਂ ਉਹਨੂੰ ਕਿਹਾ ਇਹਨੂੰ ਇਹ ਨਾ ਕਹਿਣਾ ਕਿ ਦਾਦੀ ਭਗਵਾਨ के घर चली गई। है बच्चा बचपन तो ऐसा समझ जाएगा भगवान के घर जो चला जाए वो कभी वापस नहीं आता। तो फिर ये डेथ और रब है दोनों गल्लां नूं नेगेटिव सेंस विच ले लवेगा। सो नेवर से भगवान के घर चले गए, वो अब कभी नहीं आएंगे। उन्होंने चंगा नहीं लगेगा भगवान, डराण वाला मौत देण वाला लगेगा रब, क्योंकि मौत असी लफज ही गलत बना लिया। एदा पिछले 15 अगस्त और 2 अक्तूबर असी 2 सैमीनार कीते ने ना कि हाउ वी कैन से इस मौत नूं किवें देखिए। एदा नाम मौत, मर गए, डेथ हो, इतना डरावना बनाया कि असी आप उस तो डर गए ना। जीना उसका जीना है जो औरों को जीवन देता है। जे असी वो सीख लीए तो वो जीवन जीना शुरू कर देंगे बस। हाँ जी, ਉਹ ਜੇਕਰ ਕਿਸੇ ਦੀ ਸਾਂਝ ਹੋਈ ਇਸ ਟੌਪਿਕ ਬਾਰੇ ਤਾਂ
ਪਲੀਜ਼ ਉਹ ਸਾਡੇ ਨਾਲ ਸਾਂਝ ਕਰ ਸਕਦੇ ਨੇ। ਜੇ ਕੋਈ ਸਵਾਲ ਹੋਣ ਤਾਂ ਉਹ ਆਪਣੇ ਸਵਾਲ ਪੁੱਛ ਸਕਦੇ ਨੇ, ਕਿਉਂਕਿ ਆਈ ਥਿੰਕ ਜੋ ਵੀਰ ਜੀ ਨੇ ਲੜੀ ਸ਼ੁਰੂ ਕੀਤੀ ਹੈ ਉਹ ਕਾਫੀ ਕੀਮਤੀ ਲੜੀ ਹੈ ਕਿ ਗੁਰਬਾਣੀ ਦੇ ਵਿੱਚ ਜਿਹੜੇ ਅਖਾਣ ਨੇ ਉਹ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਵਰਤਦੇ ਹਾਂ, ਬਟ ਉਹਨਾਂ ਪਿੱਛੇ ਜਿਹੜਾ ਗੁੱਝਾ ਭੇਦ ਹੈ ਉਹਦਾ ਕੀ ਬੈਨੀਫਿਟ ਹੋ ਸਕਦਾ, ਉਹਦੇ ਨਾਲ ਅਸੀਂ ਆਪਣੇ ਆਪ ਨੂੰ ਕਿਵੇਂ ਰਿਲੇਟ ਕਰ ਸਕਦੇ ਹਾਂ, ਉਹਦੇ ਲਈ ਇਹ ਉੱਦਮ ਹੈ। ਤੇ otherwise we can, I think we are on time, so we can conclude today's session. Vijay, if you can do the conclusion, then ਹਾਂ, ਜੁਝਾਰ ਜੀ ਨੇ ਮੈਸੇਜ ਪਾਇਆ ਲਾਈਫ ਇਜ਼ ਇਟਰਨਲ, ਜਿਹੜਾ ਉਹ ਸੈਮੀਨਾਰ ਕੀਤਾ ਸੀ ਉਹਦੇ ਨਾਲ ਸਾਨੂੰ ਸਾਫ਼ ਸਮਝ ਆ ਜਾਏਗੀ ਤਾਂ ਸਾਡਾ ਮੌਤ ਦਾ ਡਰ ਹਟ ਸਕਦਾ ਹੈ। ਜੇ ਤੁਸੀਂ ਸ਼ੇਅਰਿੰਗ ਜਾਂ ਕੁਐਸਚਨ ਆਨਸਰ ਹੋਰ ਆਉਂਦੇ ਨੇ ਤਾਂ ਲੈ ਲਓ, ਨਹੀਂ ਤੇ ਸਭ ਨੂੰ ਫਤਿਹ ਬੁਲਾ ਸਕਦੇ ਹਾਂ। और भी कुछ शेयर करना चाहते हैं? हाँ जी, ਤੁਸੀਂ प्लीज अनम्यूट कर सकते हो। आई थिंक ਤੁਸੀਂ अनम्यूट करना पड़ेगा। ਸੌਰੀ, ਤੁਸੀਂ ਹਜੇ ਵੀ ਮਿਊਟ ਹੈਗੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ। ਥੈਂਕ ਯੂ ਭਾਈ ਸਾਹਿਬ ਜੀ, ਬਹੁਤ ਅੱਛੀ ਵਿਚਾਰ ਤੁਸੀਂ ਦਿੱਤੀ ਹੈ। ਗੁਰਬਾਣੀ ਕਹਿੰਦੀ ਏ ਆਖਾਂ ਜੀਵਾ ਵਿਸਰੇ ਮਰ ਜਾਓ, ਇਹ ਵੀ ਇੱਕ ਮੌਤ ਦਾ ਕਾਰਨ ਹੈ। ਮਤਲਬ ਇੱਕ ਜੋ ਚੀਜ਼ ਦੁਨੀਆ ਤੇ ਆਈ ਹੈ, ਪੈਦਾ ਹੁੰਦੀ ਹੈ, ਉਹਨੇ ਇੱਕ ਨਾ ਇੱਕ ਦਿਨ ਖਤਮ ਹੋਣਾ ਹੈ। ਪਰ ਜਿਹੜੀ ਚੀਜ਼ਾਂ ਪਤਾ ਕਿ ਜਿਹਨੇ ਖਤਮ ਹੋਣਾ ਹੈ, ਫਿਰ ਉਸ ਤੋਂ ਇਨਸਾਨ ਕਿਉਂ ਡਰਦਾ ਪਿਆ? ਉਸ ਤੋਂ ਇਨਸਾਨ ਨੂੰ ਇੰਨਾ ਪੈ ਕਿਉਂ? ਉਹਨੂੰ ਪਤਾ ਵੀ ਹੈ ਜਾਣੇ ਜੋ ਇਸ ਦਾ ਜਾਣਦੇ ਵੀ ਜਿਸ ਦਿਨ ਮੇਰਾ ਬੱਚਾ ਪੈਦਾ ਹੋਇਆ, ਜਿਸ ਦਿਨ ਮੈਂ ਪੈਦਾ ਹੋਇਆ ਵਾਂ, ਉਸ ਦਿਨ ਤੋਂ ਲੈ ਕੇ ਅੱਜ ਤੋਂ 70 ਸਾਲ ਬਾਅਦ, 60 ਸਾਲ ਬਾਅਦ, 15 ਸਾਲ ਬਾਅਦ ਇੱਕ ਨਾ ਇੱਕ ਦਿਨ ਮੇਰੀ ਖਤਮ ਹੋਣੀ ਹੈ। ਮੈਂ ਵਾਪਸ ਜਿਸ ਧੁਰ ਤੋਂ ਟੁੱਟਿਆ ਸੀ ਉਸ ਧੁਰ ਦੇ ਨਾਲ ਜੁੜਨਾ ਹੈ। ਰਾਦਰ ਦਿਨ ਕਿ ਉਸ ਧੁਰ ਦਾ ਅਭਿਆਸ ਕਰਾਂ, ਉਸ ਧੁਰ ਦੇ ਨਾਲ ਆਪਣਾ ਰਿਸ਼ਤਾ ਬਣਾਵਾਂ, ਉਸ ਤੋਂ ਇੰਨਾ ਖੌਫ ਕਿਉਂ ਪੈਦਾ ਹੋ ਜਾਂਦਾ ਉਸ ਇਨਸਾਨ ਦੇ ਅੰਦਰ? ਚਰਨਜੀਤ ਕੌਰ ਭੈਣ ਜੀ, ਤੁਸੀਂ ਇਸ ਵੇਲੇ ਲੰਡਨ ਬੈਠੇ ਹੋ। ਪਿਛਲੇ ਸੰਡੇ ਤੁਸੀਂ ਪ੍ਰੋਗਰਾਮ ਵੀ ਕੀਤਾ ਸੀ, ਅਸੀਂ ਤੁਹਾਡੇ ਪ੍ਰੋਗਰਾਮ ਤੇ ਸ਼ਬਦ ਪੜ੍ਹ ਕੇ ਵਿਚਾਰ ਵੀ ਸਾਂਝ ਕੀਤੀ ਸੀ। ਤੁਹਾਡੀ ਮਿਹਰਬਾਨੀ, ਤੁਸੀਂ ਬੜਾ ਕੀਮਤੀ ਕੁਐਸਚਨ ਕਰਕੇ ਫਿਰ ਉਹਦੇ ਬਾਰੇ ਪੰਕਤੀ ਬੋਲੀ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ। ਵਿਸਰੈ ਕੀ ਹੈ? ਸੱਚ ਨੂੰ ਵਿਸਾਰਿਆ, ਸਤਿਗੁਰੂ ਦੀ ਮੱਤ ਨੂੰ ਵਿਸਾਰਿਆ, ਚੰਗੇ ਗੁਣਾਂ ਨੂੰ ਵਿਸਾਰਿਆ। ਚੰਗੇ ਗੁਣ ਵਿਸਾਰਨਾ ਹੀ ਤੇ ਮਰਨਾ ਹੈ, ਇਸ ਪਾਸੇ ਸਾਡਾ ਧਿਆਨ ਹੀ ਨਹੀਂ ਹੈ। ਚੰਗੇ ਗੁਣ ਵਿਸਾਰੇ, ਮੈਂ ਤੇ ਹੁਣੇ ਹੀ ਮਰ ਗਿਆ। ਡਰ ਡਰ ਮਰਤੇ ਜਬ ਜਾਨੀ ਦੂਰ, ਪਲ ਪਲ ਤੇ ਮਰ ਹੀ ਗਏ ਅਸੀਂ। ਜਿਹੜਾ ਪਲ ਪਲ ਮਰਦੇ ਆ ਨਾ, ਇਸ ਕਰਕੇ ਸਰੀਰ ਖਤਮ ਹੋ ਜਾਣ ਵਾਲੀ ਡੈਥ ਤੋਂ ਅਸੀਂ ਡਰ ਰਹੇ ਹਾਂ। ਪਲ ਪਲ ਮਰਨ ਵਿੱਚ ਮੇਰੀ ਕੰਜੂਸੀ ਹੈ, ਮੇਰਾ ਸੌੜਾ ਦਿਮਾਗ ਹੈ, ਮੇਰੀ ਨੈਰੋ ਮਾਈਂਡਡਨੈਸ ਹੈ, ਮੇਰੀ ਸੈਲਫਿਸ਼ਨੈਸ ਹੈ, ਮੇਰੀ ਖੁਦਗਰਜ਼ੀ ਹੈ। ਮੈਂ ਆਪਣੇ ਟੱਬਰ ਤੱਕ ਹੀ ਰਹਿੰਦਾ ਮਾਦੂਦ। ਇਹ ਮਰ ਰਹੇ ਹਾਂ ਨਾ ਅਸੀਂ। ਇਹ ਤੇ ਮਨਮੁਖ ਬਣ ਕੇ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀ, ਉਹ ਪਲ ਪਲ ਮਰ ਰਹੇ ਹਾਂ। ਇਸ ਮਰਨ ਦੀ ਗੱਲ ਕਰੀਏ ਨਾ, ਸਰੀਰਕ ਮਰਨ ਦਾ ਟੌਪਿਕ ਹੀ ਛੱਡ ਦਈਏ। ਸਰੀਰਕ ਮਰਨ ਬਾਰੇ ਜਿਤਨੀਆਂ ਵੀ ਗੱਲਾਂ ਕਰ ਲਈਏ ਤਾਂ ਵੀ ਜੇ 100 ਵਰਿਆਂ ਜੀਵਨਾ ਪੀਤਾ ਨੂੰ ਸਿੱਖੇ। ਸੋ ਉਸ ਟੌਪਿਕ ਦੀ ਤੇ ਗੱਲ ਕਰਨ ਦਾ ਫਾਇਦਾ ਹੀ ਨਹੀਂ ਹੈ ਕੁਝ। ਉਹਦੇ ਬਾਰੇ ਤਾਂ ਡਾਕਟਰਸ ਨੂੰ ਵੀ ਨੌਲੇਜ ਹੈ, ਉਹਨਾਂ ਦਾ ਵੀ ਸਰੀਰ ਖਤਮ ਹੋ ਜਾਂਦਾ। ਜਿਸ ਤਰ੍ਹਾਂ ਕਿ ਰਜੌਰੀ ਗਾਰਡਨ ਡਾਕਟਰ ਗੁਰਦੀਪ ਸਿੰਘ ਜੀ, ਜਿਨ੍ਹਾਂ ਨੂੰ ਡਾਕਟਰ ਕੋਹਲੀ ਕਹਿੰਦੇ ਨੇ, ਤੇ ਉਹਨਾਂ ਦਾ ਕਲੀਨਿਕ ਹੈ ਜੋਏ ਕਲੀਨਿਕ।
ਉਹਨਾਂ ਨੇ ਲਾਸਟ ਈਅਰ ਕਰੋਨਾ ਵੇਲੇ ਬੜੇ ਲੋਕਾਂ ਨੂੰ ਦਵਾਈ ਦਿੱਤੀ, ਬੜੇ ਲੋਕੀ ਠੀਕ ਵੀ ਹੋਏ, ਪਰ ਕੁਝ ਡਾਕਟਰ ਪੜ੍ਹੇ ਲਿਖੇ ਸਿਆਣੇ ਉਹਨੂੰ ਰੋਜ਼ ਕਾਲ ਕਰਕੇ ਕਹਿੰਦੇ ਸੀ ਤੂੰ ਪਾਗਲ ਹੈ, ਤੂੰ ਉਹ ਕਲੀਨਿਕ ਕਿਉਂ ਖੋਲਿਆ ਹੋਇਆ, ਤੂੰ ਮਰੀਜ਼ਾਂ ਨੂੰ ਦਵਾਈ ਕਿਉਂ ਦਿੰਦਾ, ਤੈਨੂੰ ਅਕਲ ਨਹੀਂ ਹੈ। ਉਹਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਬੁਰਾ ਭਲਾ ਕਿਹਾ ਸੀ, ਔਰ ਫਿਰ ਇਹਨਾਂ ਦੇ ਬਾਰੇ ਸੋਸ਼ਲ ਮੀਡੀਆ ਦੇ ਥਰੂ ਰੱਜ ਕੇ ਇਹਨਾਂ ਦੀ ਨਿੰਦਾ ਕੀਤੀ ਸੀ। ਕੋਹਲੀ ਕੋਲੋਂ ਬਚ ਕੇ ਰਹੋ, ਕੋਹਲੀ ਦੇ ਉਹਦੇ ਤੇ ਨਾ ਜਾਣਾ, ਕੋਹਲੀ ਦਾ ਸਾਰਾ ਕਲੀਨਿਕ ਖਰਾਬ ਹੈ, ਉੱਥੇ ਕਰੋਨਾ ਚੰਬੜ ਜਾਏਗਾ। ਬੜੀ ਨਿੰਦਾ ਕੀਤੀ, ਡਾਕਟਰਾਂ ਨੇ ਵੀ ਕੀਤੀ। ਇਹਦਾ ਮਤਲਬ ਕਿਸੇ ਨੂੰ ਸਰੀਰ ਦੀ ਨੌਲੇਜ ਹੈ ਜਾਂ ਨਹੀਂ ਹੈ। ਅਲਟੀਮੇਟਲੀ ਇਹ ਸਰੀਰ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਹੋ ਜਾਣਾ ਹੈ, ਕੁਦਰਤ ਦਾ ਨਿਯਮ ਹੈ। ਪਰ ਅਸੀਂ ਪਲ ਪਲ ਜਿਹੜਾ ਮਰ ਰਿਹਾ ਦੀਆਂ ਗੱਲਾਂ ਕਿਉਂ ਨਹੀਂ ਕਰਦੇ? ਜਿਹੜੀ ਪੰਕਤੀ ਤੁਸੀਂ ਬੋਲੀ, ਆਖਾਂ ਜੀਵਾਂ ਵਿਸਰੈ ਮਰ ਜਾਉ, ਜਿਹੜਾ ਮੈਂ ਸੱਚ ਨੂੰ ਇਗਨੋਰ ਕਰਦਾ ਔਰ ਪਲ ਪਲ ਮਰਦਾ ਹਾਂ, ਇਸ ਪੇਨ ਦਾ ਕੀ ਕਰਨਾ ਹੈ? ਇਹਦੇ ਬਾਰੇ ਕਿਉਂ ਨਹੀਂ ਵਿਚਾਰਾ ਕਰਦੇ ਤਾकि ਇਸ ਮਰਨ ਤੋਂ ਛੁੱਟ ਜਾਈਏ ਔਰ ਸਦ ਜੀਵਨ ਮਿਲ ਜਾਏ, ਇਟਰਨਲ ਸਪਿਰਿਚੁਅਲ, हाँ इटरनल फिटनेस मिल जाए सतगुर दी मत दे नाल। वी कैन टॉक अबाउट दैट ताकि सानू माइट प्राप्त हो जाए। ते मेरे शरीर नाल की बन गई, मेरा शरीर ते जिस दिन फिनिश होएगा मैं देख ही नहीं पावांगा। कि इंज होएगा कि मेरी डेड बॉडी पे और मैं इधर खड़ा होकर देख भूपिंदर सिंह एक दिन मर गया ना तू, ऐसा मैं देख ही नहीं पावांगा। पर जिहड़ी पल पल हो रही है उन्होंने नहीं देख पा रहे, तो कितना मुश्किल होई जा रहा है। चारों पासे लोकां नाल डिसहार्मनी, मेरा मिसबिहेव, मेरे भैड़े बोल, मेरी निंदक सुभाव और इहदे नाल डिसहार्मनी कर करके सारा समाज खराब कर लिया। बंदा बंदे तो डरिया होया, बंदा आगरे तो ही लाल किले का डर पा के बैठ गया। इंज हो जाएगा, फिर इंज मर जावांगे शरीरक, पर इंज हो गया है, इंज तेरे सुभाव कारण तू रोज रोज मर रहा है बारे। सो वी शुड डिस्कस कि मैं पल पल किस तरह मरदा हाँ, लखा वारी रोज किवें मरदा हाँ। जिवें कहंदे ने कि जप करना, अभ्यास करना, जप हो रहा, अभ्यास हो रहा है, उस तो बावजूद भी अंदर कुछ उपज क्यों नहीं रहा? हाले मैं उस स्थिर तक, उस पॉइंट तक नहीं पहुंचा वा, ਤਾਂ ਮੈਨੂੰ ਬਾਰ-ਬਾਰ ਇਸ ਚੀਜ਼ ਨੂੰ ਸਹਿਣਾ ਪੈ ਰਿਹਾ ਹੈ। ਜਪ ਹੁੰਦਾ ਪਿਆ, ਗੁਟਕਾ ਲੈ ਕੇ जप दा मतलब की होंदा पिया? मतलब मेरी जुबान चल रही है या मेरी जुबान बंद है, पर अंदरों मेरे मैं राम राम अल्लाह अल्लाह वागरू वागरू कर रहा। तुसी जप दा मैं ना समझाओ। ਹਾਂਜੀ, ਕਿਉਂਕਿ ਇੱਥੇ ਇੱਕ ਜਿਹੜੀ ਚੀਜ਼ ਨੂੰ ਅਸੀਂ ਦੇਖ ਰਹੇ ਹਾਂ ਨਾ, ਲੋਕਡਾਊਨ ਵਿੱਚ ਕਈ ਅਨੇਕਾਂ ਹੀ ਜ਼ੂਮ ਨੇ, ਕਈ ਅਨੇਕਾਂ ਜ਼ੂਮਾਂ ਤੇ ਪ੍ਰਚਾਰ ਹੋ ਰਿਹਾ, ਕਈ ਅਨੇਕਾਂ ਜ਼ੂਮਾਂ ਤੇ ਪਾਠ ਹੋ ਰਿਹਾ। ਮੈਨੂੰ ਇੱਕ ਥਾਂ ਬੈਠਣਾ ਨਹੀਂ ਆ ਰਿਹਾ। ਮੈਂ 24 ਘੰਟੇ ਮੇਰੇ ਹੱਥ ਵਿੱਚ ਗੁਟਕਾ ਹੈ, ਮੈਂ ਪਾਠ ਕਰਦਾ ਪਿਆ ਵਾਂ। ਪਾਠ ਕਰਦੇ ਕਰਦੇ ਮੇਰੇ ਅੰਦਰੋਂ ਡਰ ਕਿਉਂ ਬਾਹਰ ਨਹੀਂ ਨਿਕਲਦਾ ਪਿਆ? ਕਿਉਂ ਮੈਂ ਆਪਣੀ ਲਾਈਫ ਨੂੰ ਦੇਖ ਨਹੀਂ ਸਕ ਰਿਹਾ ਸਹੀ ਮਾਇਨੇ ਵਿੱਚ? ਮੈਨੂੰ ਕਲੀਅਰ ਕਿਉਂ ਨਹੀਂ ਦਿਖ ਰਿਹਾ? ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਟਕਾ ਹੱਥ ਵਿੱਚ ਹੈ ਮੇਰੇ, ਮੈਂ ਪੜ੍ਹਦਾ ਪਿਆ ਵਾਂ ਕਿ ਸੱਚਾ ਹੋਈਏ ਕਿ ਕੂੜੇ ਟੁੱਟੇ ਪਾਰ, ਮੈਂ ਪੜ੍ਹਦਾ ਪਿਆ ਵਾਂ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਫਿਰ ਉਹ ਡਰ ਮੇਰੇ ਅੰਦਰੋਂ ਕਿਉਂ ਨਹੀਂ ਨਿਕਲ ਰਿਹਾ ਬਾਹਰ? ਮੈਂ ਕਿਉਂ ਸੱਚ ਨੂੰ ਨਹੀਂ ਦੇਖ ਸਕਦਾ ਪਿਆ ਵਾਂ? ਮੇਰੇ ਮਨ ਤੇ ਕੀ ਛਾਇਆ ਹੋਇਆ ਹਾਲੇ ਤੱਕ ਇਸ ਦੇ ਬਾਰੇ? ਮਤਲਬ ਕੀ देखो चरणजीत भैन जी, जे असी कुकिंग देखी है, मैं तो खैर कुकिंग नहीं करता, पर तुसी कुकिंग करते हो। जे तुसी बच्चे वास्ते खीर चाढ़नी है तो तुसी पतीले च चावल भी पाते हो, दूध भी पाते हो, मिठा भी पाते हो, होर भी ओदे कुछ इंग्रेडिएंट्स पा दिंदे हो, तुहाडी खीर तैयार हो जाती है।
ਜੀ। ਸਿਰਫ ਮੈਨੂੰ ਯੈਸ ਔਰ ਨੋ ਬੋਲਣਾ, ਹੋ ਜਾਂਦੀ ਹੈ? ਨਹੀਂ, ਉਹਦੇ ਕੋਲ ਖੜੇ ਹੋਣਾ ਪਤੀਲੇ ਚ ਪੈਂਦਾ, ਗੈਸ ਔਨ ਕਰਨੀ ਪੈਂਦੀ ਹੈ। ਨਹੀਂ, ਗੈਸ ਔਨ ਕਰਨੀ ਪੈਂਦੀ ਹੈ। ਤਾਂ Yes. ਪੱਕੇਗੀ ਨਾ ਖੀਰ। ਗੈਸ ਔਨ ਕਰਨਾ ਪ੍ਰਤੀਕ ਹੈ ਕਿ ਜੋਤ ਬਾਲਣੀ ਪਈ। Yes. ਜੇ ਜੋਤ ਹੀ ਨਹੀਂ ਬਾਲੀ ਤਾਂ ਖੀਰ ਪੱਕੀ ਨਹੀਂ, ਸੰਤੋਖ ਦਾ ਭੋਜਨ ਪੱਕਿਆ ਨਹੀਂ। ਹੈ ਮੇਰੀ ਰਸੋਈ 'ਚ ਸਭ ਕੁਝ, ਤੇ ਇੰਝ ਹੀ ਪਾਠ ਹੈ, ਮੈਂ ਪਾਠ ਤੇ ਕੀਤਾ ਪਰ ਜੋਤ ਬਾਲੀ ਨਹੀਂ। ਦੀਵਾ ਬਲੇ ਅੰਧੇਰਾ ਜਾਏ, ਮੈਂ ਅੰਧੇਰਾ ਔਰ ਭਰਮ ਤੇ ਛੱਡਿਆ ਹੀ ਨਹੀਂ। ਸਤਿਗੁਰ ਦੀ ਮੱਤ ਲੈ ਕੇ ਆਪਣੀ ਵਿਵੇਕ ਬੁੱਧੀ ਜਗਾਈ ਹੀ ਨਹੀਂ, ਤਾਂ ਪਤੀਲੇ 'ਚ ਤਾਂ ਸਭ ਕੁਝ ਪਾ ਲਿਆ ਨਾ। ਜੋਤ ਬਾਲਣੀ ਪਏਗੀ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਤੇ ਲਈ ਨਹੀਂ, ਸਿੱਖਿਆ ਨੂੰ ਪੜਨ ਨਾਲ ਤੇ ਨਹੀਂ ਨਾ ਕੁਝ ਹੋ ਗਿਆ। ਪੜਨਾ ਮਾੜੀ ਗੱਲ नहीं है, पढ़ना गुणना संसार की कार है। अच्छा नहीं, क्या पढ़िए, क्या सुनिए, क्या वेद पुराना सुनिए, पढ़े सुने क्या हुई, जो सहज ना मिले हो सोई। मेरे अंदर सहज नहीं आया, तो फिर गुटका ते हाथी च है, जुबानी भी आंदा है, मैं तो राम राम अल्लाह अल्लाह वागरू वागरू भी करना, पर सहज नहीं है, सबर नहीं है। कोई गलती करे मैं ਉਹਨੂੰ ਬਲੇਮ ਵੀ ਲਾਂਦਾ, ਉਹਦੀ ਨਿੰਦਾ ਵੀ ਕਰਦਾ, ਉਹਦੀ ਨਿੰਦਾ ਨੋਟ ਵੀ ਰੱਖਦਾ, ਔਰ ਉਹਨੇ ਮੇਰੇ ਨਾਲ ਕੀ ਕੀਤਾ ਸੀ ਉਹਦਾ ਕ੍ਰੋਧ ਵੀ ਇੱਥੇ ਕੈਰੀ ਵੀ ਕਰਦਾ, ਤਾਂ ਦੀਵਾ ਬਲਿਆ ਹੀ ਨਹੀਂ। ਪਤੀਲੇ 'ਚ ਪਾਇਆ ਸਭ ਕੁਝ, ਗੁਟਕਾ ਵੀ ਹੈ, ਪਾਠ ਵੀ ਹੈ, ਸਮਾਂ ਵੀ ਕੱਢਿਆ, ਇੰਟੈਂਸ਼ਨਸ ਅੱਛੀਆਂ ਸੀ, ਤਾਂ ਹੀ ਪਤੀਲੇ 'ਚ ਸਭ ਕੁਝ ਪਾਇਆ ਨਾ, ਥੱਲੋਂ ਬਾਲਿਆ ਹੀ ਨਹੀਂ। ਜੋਤ ਤੇ ਬਲਣ ਹੀ ਨਹੀਂ ਦਿੱਤੀ। ਪਰ ਸਭ ਮੈਂ ਜੋਤ, ਜੋਤ ਹੈ ਸੋਏ ਹੈ ਅੰਦਰ ਜੋਤ, ਪਰ ਵਿਵੇਕ ਦੀਪ ਮਲੀਨ। ਮੇਰਾ ਉਹਦਾ ਲੈਂਪ ਜਿਹੜਾ ਬਾਹਰ ਦਾ ਸ਼ੀਸ਼ੇ ਵਾਲਾ ਹੈ ਨਾ, ਉਹ ਫੌਗੀ ਹੋਇਆ ਹੋਇਆ, ਉਹ ਕਾਲਾ ਕਾਲਾ ਹੋਇਆ ਹੋਇਆ, ਉਹਨੂੰ ਸਾਫ਼ ਕਰਨਾ ਹੈ। ਭਾਂਡਾ ਧੋਏ, ਬੈਸ ਧੂਪ ਦੇਵੋ, तो दूध देखो जाओ, हाँ ता दूध प्राप्त हो जाएगा। पर गंदे भांडे च पाएगा ਤਾਂ ਫਿਰ ਇਹ ਸਾਰੇ ਨੈਗੇਟਿਵਸ ਹੋਣਗੇ ਹੀ ਹੋਣਗੇ। ਸਾਫ਼ ਕਿਵੇਂ ਕੀਤਾ ਜਾਵੇ ਫਿਰ? ਹਾਂਜੀ, ਸਾਫ਼ ਕਿਵੇਂ ਕੀਤਾ ਜਾਵੇ? ਕਿਉਂਕਿ ਜਪ ਗੁਟਕਾ ਲਿਆ ਹੈ, ਪੜ ਰਿਹਾ ਵਾਂ, ਭਾਂਡਾ ਸਾਫ਼ ਨਹੀਂ ਹੋ ਰਿਹਾ, ਸਾਫ਼ ਕਿਵੇਂ ਕੀਤਾ ਜਾਵੇ? ਆਪਣੇ ਥਾਟ ਪ੍ਰੋਸੈਸ ਦਾ ਭਰਮ ਛੋੜਨਾ ਹੈ। ਸਤਿਗੁਰ ਦੀ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਬਣਾਤਾ। ਬਚਪਨ ਵਿੱਚ ਅਸੀਂ ਗਵਰਨਮੈਂਟ ਫਲੈਟਸ ਵਿੱਚ ਰਹਿੰਦੇ ਸੀ। ਸਾਡੇ ਨਾਲ ਵਾਲੇ ਆਏ, ਕਦੇ ਉਹਨਾਂ ਦਾ ਬੱਚਾ ਆਇਆ, ਕਦੇ ਉਹਨਾਂ ਦੀ ਮਾਂ ਆ ਗਈ, ਕਦੇ ਉਹਨਾਂ ਦੀ ਗਰੋਨ ਅਪ ਬੇਟਾ ਜਾਂ ਬੇਟੀ ਆ ਗਏ। ਮੇਰੇ ਬੀਜੀ ਨੂੰ ਕਹਿੰਦੇ ਸਾਡੇ ਘਰ ਨਾ ਚੀਨੀ ਖਤਮ ਹੋ ਗਈ ਹੈ, ਮਹਿਮਾਨ ਆਏ ਨੇ, ਚਾਹ ਬਣਾਣੀ ਹੈ, 2 ਚਮਚ ਚੀਨੀ ਦੇ ਦਿਓ। ਬੀਜੀ ਨੇ ਦੇ ਦਿੱਤੀ। ਇਹ ਕੀ ਹੈ? ਇਹ ਅੰਦਰ ਦੇ ਦੀਵੇ ਦਾ ਚਾਨਣ ਹੈ। ਬੀਜੀ ਨੇ ਦੇ ਦਿੱਤੀ। ਬੀਜੀ ਕੋਲ ਜੋ ਬੈਠੀ ਸੀ, ਉਹ ਸਾਹਮਣੇ ਵਾਲੀ ਬੈਠੀ ਸੀ। ਇੱਧਰ ਨਾਲ ਵਾਲੀ ਜਿਹੜੀ ਦੀਵਾਰ ਹੈ ਉਹ ਪੜੋਸੀ ਮੰਗਣ ਆਏ ਸੀ, ਔਰ ਵਿਚਕਾਰ ਗਲੀ ਹੈ, ਔਰ ਸਾਹਮਣੇ ਵਾਲੀ ਬੀਜੀ ਕੋਲ ਬੈਠੀ ਸੀ। ਦੂਜੇ ਦਿਨ ਫੇਰ ਬੈਠੀ ਸੀ, ਔਰ ਉਹਨਾਂ ਦਾ ਬੱਚਾ ਆਇਆ, ਕਹਿੰਦਾ ਸਾਡੇ ਘਰ ਮਹਿਮਾਨ ਆਇਆ ਤੇ ਸਾਡੇ ਘਰ ਨਾ ਦੁੱਧ ਫਿੱਟ ਗਿਆ ਤੇ ਚਾਹ ਬਣਾਣੀ ਹੈ, ਆਂਟੀ ਥੋੜਾ ਜਿਹਾ ਦੁੱਧ ਦੇ ਦਿਓ। ਬੀਜੀ ਨੇ ਉਹਨੂੰ ਗਲਾਸ ਹੀ ਥੋੜਾ ਜਿਹਾ ਦੁੱਧ ਦੇ ਦਿੱਤਾ। ਤਾਂ ਉਹ ਜਿਹੜੀ ਸਾਹਮਣੇ ਵਾਲੀ ਬੈਠੀ ਸੀ, ਉਹਨੇ ਫਿਰ ਸੁਣਿਆ। ਜਦੋਂ ਦੁੱਧ ਲੈ ਕੇ ਚਲੇ ਗਏ ਤਾਂ ਬੀਜੀ ਨੂੰ ਕਹਿੰਦੀ ਹੈ, ਇਹ ਤਾਂ ਰੋਜ਼-ਰੋਜ਼ ਮੰਗਣ ਆਉਂਦੇ ਰਹਿਣਗੇ, ਕਦੇ ਲੂਣ, ਕਦੇ ਦੁੱਧ, ਕਦੇ ਦਾਲ, ਕਦੇ ਕੁਛ। ਬੀਜੀ ਕਹਿੰਦੇ ਹਾਂ ਇਹ ਆਉਂਦੇ ਨੇ, 8 ਸਾਲ ਹੋ ਗਏ ਨੇ, ਸਾਡੇ ਪੜੋਸ ਵਿੱਚ ਰਹਿੰਦੇ ਨੇ।
ਆਉਂਦੇ ਨੇ। ਪਰ ਬੀਜੀ ਨੇ ਇਹ ਨਹੀਂ ਕਿਹਾ ਕਿ ਹਮੇਸ਼ਾ ਇਹ ਮੰਗਣ ਆਉਂਦੇ ਨੇ। ਬੀਜੀ ਨੇ ਪਤਾ ਕੀ ਕਿਹਾ, ਕਦੀ ਕਦੀ ਨਾ ਸਾਡੇ ਵੀ ਚੀਨੀ ਜਾਂ ਦੁੱਧ ਖਤਮ ਹੋ ਜਾਂਦਾ ਹੈ, ਅਸੀਂ ਵੀ ਇਹਨਾਂ ਕੋਲੋਂ ਲੈ ਆਉਂਦੇ ਹਾਂ। ਬੀਜੀ ਨੇ ਆਪਣਾ ਦੇਣ ਵਾਲਾ ਹੰਕਾਰ ਨਹੀਂ ਦਿਖਾਇਆ, ਬਟ ਉਹ ਸਾਹਮਣੇ ਵਾਲੀ ਦੀਵਾ ਬੁਝਾਉਣਾ ਚਾਹੁੰਦੀ ਸੀ। ਸਾਹਮਣੇ ਵਾਲੀ ਦਰਅਸਲ ਕੀ ਕਹਿ ਰਹੀ ਹੈ, डिसहार्मनी। दरअसल की सिखा रही है, कंजूसी। अपने बच्चों ते खर्च लवो। अपने साढ़े 4 बच्चे ने, 3 बच्चे ने, नूह है, पुत्र है, जवाई है, जो मर्जी है, उन्होंने साढ़े कोल 80 हज़ार दे फोन ने, पर चैरिटी वास्ते असी 5 रुपए खर्चन नूं नहीं तैयार, किथे नहीं देण नूं तैयार ना। जो नेगेटिव ख्याल आवे ना, ਤਾਂ ਮਾਨੋ ਭਾਂਡਾ ਸਾਫ਼ ਨਹੀਂ ਹੈ। ਨੈਗੇਟਿਵ ਖਿਆਲ ਨੂੰ ਪਰੇ ਕਰਨਾ ਹੈ ਤਾਂ ਕਿ ਭਾਂਡਾ ਆਪੇ ਸਾਫ਼ ਹੀ ਸਾਫ਼ ਹੈ। ਨੈਗੇਟਿਵ ਖਿਆਲ ਆਇਆ, ਭਾਂਡਾ ਪੁੱਠਾ ਹੈ। ਠੀਕ ਹੈ ਜੀ। ਉਹਨੂੰ ਨੈਗੇਟਿਵ ਖਿਆਲ ਨੂੰ ਕਹਿੰਦੇ ਨੇ ਮਲੀਨ। ਭਾਂਡਾ ਅੱਛਾ ਸੋਏ ਜੋਤਿਸ ਭਾਵ ਸੀ, ਭਾਂਡਾ ਅਤ ਮਲੀਨ, ਧੋਤਾ ਅੱਛਾ ਨਾ ਹੋਈ ਸੀ। ਇਹਨੂੰ ਅਸੀਂ ਕਿੱਥੇ ਤੱਕ ਲੈ ਕੇ ਜਾਵਾਂਗੇ? ਭਾਂਡਾ ਅਤ ਮਲੀਨ ਸਿਰਫ ਪਾਠ ਕਰਨ ਨਾਲ ਅੱਛਾ ਨਾ ਹੋਏ ਸੀ, ਉਹਦੇ ਵਿਚਾਰ ਨਾਲ ਅੱਛਾ ਹੋਏ ਸੀ। ਪਾਠ ਦੇ ਵਿਚਾਰ ਲੈਣੀ ਪਏਗੀ, ਭਾਂਡਾ ਸਾਫ਼ ਕਰਨਾ ਪਏਗਾ। ਗੁਰੂ ਸਾਹਿਬ ਬਹੁਤ ਕੀਮਤੀ ਮਿਸਾਲਾਂ ਦਿੰਦੇ ਨੇ। ਬਾਣੀ ਦਾ ਇੱਕ ਇੱਕ ਅੱਖਰ ਕੀਮਤੀ ਹੈ। गुरु की विचार दे नाल अपना भांडा साफ कर। वो सामने वाली गलत सिखा रही है कि इन्हों चम्मच दूध नहीं देना या चीनी नहीं देनी। डिसहार्मनी सिखा रही है, तेर मेर सिखा रही है, वंडियां पा रही है, वितकरा सिखा रही है। पड़ोसी नाल अपने टब्बर वांगू ही प्यार करीदा है। तो बीजी ने ओनू भी बुरा भला नहीं किया कि जा जा मैं तेरी गल नहीं सुनती, तू भैड़ी है। बल्कि बीजी ने ਉਹਨੂੰ ਕਿਹਾ, ਤੁਹਾਨੂੰ ਵੀ ਕਦੇ ਲੋੜ ਹੋਏ ਤਾਂ ਤੁਸੀਂ ਵੀ ਆ ਸਕਦੇ ਹੋ ਤੇ ਮੈਨੂੰ ਇਤਨੀ ਇਜਾਜ਼ਤ ਦਿਓ ਕਿ ਮੈਂ ਵੀ ਤੁਹਾਡੇ ਕੋਲੋਂ ਲੈ ਸਕਾਂ। ਉਹਨਾਂ ਨਾਲ ਇਤਨਾ ਪਿਆਰ ਵਧਾਈਏ ਕਿ ਉਹ ਤੁਹਾਡੇ ਘਰ ਵੀ ਜਾ ਸਕਣ। ਜੇ ਮੇਰੇ ਘਰ ਦੁੱਧ ਚੀਨੀ ਨਾ ਹੋਵੇ ਤਾਂ ਕਮ ਸੇ ਕਮ ਉਹਦਾ ਮਹਿਮਾਨ ਤੇ ਭੁਗਤ ਜਾਏਗਾ ਨਾ, ਫਿਰ ਤੁਹਾਡੇ ਕੋਲੋਂ ਮੰਗ ਲਾਂਗੇ ਜੀ। ਇਜ਼ਨਟ ਇਟ? ਬਸ ਇੰਜ ਅਸੀਂ ਵਨੈਸ ਸਿੱਖਦੇ ਹਾਂ, ਵੰਡ ਛਕਣਾ ਸਿੱਖਦੇ ਹਾਂ। ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ ਜੀ। ਥੈਂਕ ਯੂ ਜੀ। ਥੈਂਕ ਯੂ। हाँ जी, अमन जी, दुख दर्द और भ्रम दा कंक्लूजन जिहड़ा रैप अप है, जिहड़ा रीकैप है, मैसेज टेक होम है। दुख ते दर्द साडा क्यों शुरू होया? भरम करके। यह साडा दा रीकैप है। सो भरम दे विच मैनूं विवेक बुद्धि मेरी यूज नहीं हो रही। रस्सी और सप दा, ठीक और गलत दा, सार अफसर दा, चंगे मंदे दा मैनूं फर्क नजर नहीं आ रहा। उहदे नाल दुख भी शुरू होएगा, पेन्स भी होणगियां, दर्द भी होएगा, आफ्टर इफेक्ट्स भी आउणगे। यह साडा अज दा साझ है। थैंक यू। वाहिगुरू जी का खालसा, वाहिगुरू जी की फतेह। नमस्कार, खुदा हाफिज, गुड इवनिंग। अमन जी, तुसी अपने जो भी लिविंग ट्रेजर दे सुचज्जे ਕੰਮਾਂ ਰਾਹੀਂ ਚੈਰਿਟੀ ਕਰਦੇ ਹੋ, ਉਹਦੇ ਬਾਰੇ ਸਾਂਝ ਕਰ ਲਵੋ ਸਭ ਨਾਲ। ਹਾਂਜੀ, ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਵੀਰ ਜੀ ਨੇ ਆਈ ਥਿੰਕ ਬੜੇ ਹੀ ਬਿਹਤਰ ਤਰੀਕੇ ਨਾਲ ਸਾਨੂੰ ਅੱਜ ਇਹ ਟੌਪਿਕ ਦੀ ਸਾਂਝ ਪਾਈ ਹੈ ਤੇ ਮੈਂ ਦੇਖ ਰਿਹਾ ਸੀ ਕਿ ਸਾਰੇ ਲੋਕਾਂ ਨੂੰ ਬੜੀ ਹੀ ਸਾਨੂੰ ਪਿਆਰ ਔਰ ਬੜੇ ਮੈਸੇजेस ਔਰ ਬੜੇ ਥੰਬਸ ਅਪ ਆ ਰਹੇ ਨੇ ਤੇ ਮੈਂ ਸਭ ਨੂੰ ਇਹ ਰਿਕੁਐਸਟ ਕਰਦਾ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਇੰਨਾ ਬੈਨੀਫਿਟ ਮਿਲਦਾ ਹੈ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਯਾਰਾਂ ਮਿੱਤਰਾਂ ਨੂੰ ਜਾਂ ਆਪਣੇ ਪੜੋਸੀਆਂ ਨੂੰ ਜਿਹੜੇ ਵੀ ਸਾਡੀ ਇਸ ਗੱਲ ਨਾਲ ਇਤਫਾਕ ਰੱਖਦੇ ਨੇ ਔਰ ਅਸੀਂ ਸੋਚਦੇ ਹਾਂ ਕਿ ਵੀ ਇੱਕ ਚੰਗੇ ਸਮਾਜ ਦੀ ਉਸਾਰੀ ਕਰੀਏ, ਉਹਦੇ ਲਈ ਅਸੀਂ ਵੱਧ ਤੋਂ ਵੱਧ ਲੋਕਾਂ ਨਾਲ ਇਸ ਪ੍ਰੋਗਰਾਮ ਬਾਰੇ ਸਾਂਝ ਕਰੀਏ ਤਾਂ ਕਿ ਉਹ ਵੀ ਇਸ ਚੀਜ਼ ਦਾ ਬੈਨੀਫਿਟ ਲੈ ਸਕਣ, ਉਹ ਵੀ ਇਸ ਵਿੱਚ ਆਪਣੀ ਸਾਂਝ ਪਾ ਸਕਣ। ਕਿਉਂਕਿ ਜੇਕਰ ਅਸੀਂ ਕਿਸੇ ਚੰਗੇ ਡਾਕਟਰ ਕੋਲ ਜਾਂਦੇ ਹਾਂ ਤੇ ਸਾਡੀ ਕੋਈ ਬਿਮਾਰੀ ਦੂਰ ਹੁੰਦੀ ਹੈ ਤਾਂ ਅਸੀਂ ਜ਼ਰੂਰ ਲੋਕਾਂ ਨੂੰ ਜਾ ਕੇ ਉਸ ਬਾਰੇ, ਅਸੀਂ ਡਾਕਟਰ ਤੇ ਨਹੀਂ ਬਣ ਸਕਦੇ ਬਟ ਜਿੰਨਾ ਵੀ ਅਸੀਂ ਉਸ ਮੈਸੇਜ ਨੂੰ ਲੋਕਾਂ ਨਾਲ ਸ਼ੇਅਰ ਕਰਦੇ ਹਾਂ ਔਰ ਡਾਕਟਰ ਉਸ ਮੈਸੇਜ ਵਿੱਚ ਰਾਬਤਾ ਕਾਇਮ ਕਰਦੇ ਹਾਂ ਤਾਂ ਅਸੀਂ ਵੀ ਉਨਾ ਹੀ ਕੀਮਤੀ ਕੰਮ ਕਰਦੇ ਹਾਂ ਜਿਹੜਾ ਕਿ ਉਹ ਡਾਕਟਰ
ਦਵਾਈ ਦੇ ਕੇ ਕਰਦਾ ਹੈ। ਸੋ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅਸੀਂ ਟੀਵੀ ਵਾਸਤੇ ਤੇ ਡਿਸਪੈਂਸਰੀ ਵਾਸਤੇ ਅਸੀਂ ਕਾਫੀ ਸਾਰੇ ਐਫਰਟਸ ਕਰ ਰਹੇ ਹਾਂ। ਉਹਦੇ ਵਾਸਤੇ ਜੋ ਵੀ ਤੁਸੀਂ ਆਪਣੀ ਫਾਈਨੈਂਸ਼ੀਅਲ ਸਾਨੂੰ ਸਪੋਰਟ ਦਿੰਦੇ ਹੋ ਉਹਦੇ ਨਾਲ ਸਾਡੇ ਸਾਰੇ ਕੰਮ ਚੱਲ ਪਾਉਂਦੇ ਨੇ। ਸੋ ਪਲੀਜ਼ ਕਮ ਫਾਰਵਰਡ ਐਂਡ ਹੈਲਪ ਅਸ ਐਜ਼ ਮਚ ਐਜ਼ ਯੂ ਕੈਨ। ਐਂਡ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨੈਕਸਟ ਵੀਕ ਕਿਸੇ ਤਰੀਕੇ ਤੁਸੀਂ ਸਾਡੇ ਨਾਲ ਜੁੜੋਗੇ। ਤੇ ਲਾਸਟ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਜਿਵੇਂ ਵੀਰ ਜੀ ਸਾਡੇ ਨਾਲ ਇਹ ਸਾਂਝ ਕਰ ਰਹੇ ਸੀ ਤਾਂ ਮੈਨੂੰ ਵੀ ਇੰਝ ਲੱਗਦਾ ਕਿ ਅਸੀਂ ਜਦੋਂ ਡਾਕਟਰ ਕੋਲ ਵੀ ਜਾਂਦੇ ਹਾਂ ਤਾਂ ਉਹ ਸਾਨੂੰ ਮੈਡੀਸਨ ਵੀ ਦਿੰਦਾ ਸਾਡੀ ਬਿਮਾਰੀ ਵਾਸਤੇ, ਨਾਲ ਸਾਨੂੰ ਪਰਹੇਜ਼ ਕਰਨ ਵਾਸਤੇ ਵੀ ਕਹਿੰਦਾ ਹੈ। ਤਾਂ ਜਿੰਨੀ ਮੈਡੀਸਨ ਇੰਪੋਰਟੈਂਟ ਹੁੰਦੀ ਹੈ ਉਨਾ ਪਰਹੇਜ਼ ਵੀ ਇੰਪੋਰਟੈਂਟ ਹੁੰਦਾ। ਤਾਂ ਮੈਨੂੰ ਆਪਣੇ ਲੈਵਲ ਤੇ ਹੀ ਲੱਗਦਾ ਹੈ ਕਿ ਵੀ ਅਗਰ ਮੈਨੂੰ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ ਜਾਂ ਇੰਪਰੋਵਾਈਜ਼ ਕਰਨਾ ਹੈ ਤਾਂ ਮੈਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਪਏਗੀ ਕਿ ਵੀ ਮੈਂ ਜੇ ਬਾਣੀ ਪੜ੍ਹ ਰਿਹਾ, ਸਮਝ ਰਿਹਾ, ਦਵਾਈ ਲੈ ਰਿਹਾ ਤੇ ਨਾਲ ਉਹਦੇ ਜੋ ਪਰਹੇਜ਼ ਨੇ ਤਾਂ ਮੈਨੂੰ ਅਗਰ ਮੈਂ ਅੱਖ ਤੋਂ ਕਾਣਾ ਹਾਂ ਜਾਂ ਕੰਨ ਤੋਂ ਬਿਹਤਰ ਨਹੀਂ ਆ ਜਾਂ ਮੇਰੀ ਤੱਕਣੀ ਠੀਕ ਨਹੀਂ ਹੈ ਤਾਂ ਮੈਨੂੰ ਥੋੜ੍ਹੇ ਟਾਈਮ ਵਾਸਤੇ ਉਹਦੇ ਪਰਹੇਜ਼ ਵੀ ਕਰਨੇ ਚਾਹੀਦੇ ਨੇ। ਉਸ এনवायरमेंट ਵਿੱਚ ਨਹੀਂ ਜਾਣਾ ਚਾਹੀਦਾ ਜਾਂ ਉਸ ਤਰੀਕੇ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਕਿਉਂਕਿ ਉਸ ਟਾਈਮ ਮੈਂ ਉਸ ਚੀਜ਼ ਵਾਸਤੇ ਵਨਰੇਬਲ ਹੋ ਸਕਦਾ। ਪਰ ਜਦੋਂ ਇੱਕ ਵਾਰੀ ਮੈਂ ਆਪਣੀ ਤਰਬੀਅਤ ਠੀਕ ਕਰ ਲਵਾਂ ਤਾਂ ਫਿਰ ਮੈਂ ਕਿਤੇ ਵੀ ਜਾਵਾਂ, ਕਿਤੇ ਵੀ ਕੁਝ ਕਰਾਂ ਤੇ ਮੈਂ ਬਿਹਤਰ ਹੋ ਸਕਦਾ। ਹਾਂਜੀ, ਹਰਪ੍ਰੀਤ ਜੀ ਸਾਡੇ ਨਾਲ ਕੁਝ ਸਾਂਝ ਕਰਨਾ ਚਾਹਣਗੇ ਤੇ ਫਿਰ ਅਸੀਂ ਅੱਜ ਦੀ ਕਲਾਸ ਕੰਕਲੂਡ ਕਰਾਂਗੇ। ਜੀ ਹਰਪ੍ਰੀਤ ਜੀ। ਮੈਂ ਬਸ ਆਪਣੀ ਸ਼ੇਅਰਿੰਗ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਵੀਰ ਜੀ ਨੇ 57 ਸ਼ਲੋਕਾਂ ਦੀ ਵਿਚਾਰ ਜਿਹੜੀ ਸ਼ਲੋਕ ਮਾਲਾ 9 ਦੀ ਸੰਗਤਾਂ ਅੱਗੇ ਰੱਖੀ ਸੀਗੀ, ਉਹ ਬੜੀ ਜਲਦੀ ਅਸੀਂ ਸ਼ਲੋਕ ਮਾਲਾ 9 ਸੰਗਤਾਂ ਦੇ ਅੱਗੇ YouTube ਤੇ ਜਿਹੜਾ ਚੈਨਲ ਤੇ ਅਸੀਂ ਸ਼ੇਅਰ ਕਰਾਂਗੇ ਤੇ ਬੜੀ ਜਲਦੀ ਉਹ ਤਿਆਰ ਅਸੀਂ ਕਰ ਰਹੇ ਹਾਂ ਤੇ 14 ਦਿਨ ਦਾ ਉਹ ਪ੍ਰੋਗਰਾਮ ਹੈ ਜੋ ਪੱਛਮੀ ਬਿਹਾਰ ਹੋਇਆ ਸੀਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ 12 ਤਰੀਕ ਤੋਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਉਹ ਇੱਕ ਸਿੱਖ ਸੰਗਤਾਂ ਵਿੱਚ ਅਸੀਂ ਜਿਵੇਂ ਇੱਕ ਉਮਾ ਹੈ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਪੁਰਬ ਮਨਾ ਰਹੇ ਨੇ ਤੇ ਅਸੀਂ ਉਹ ਸ਼ਲੋਕ ਮਾਲਾ 9 ਬਹੁਤ ਜਲਦੀ ਸੰਗਤਾਂ ਦੇ ਸਾਹਮਣੇ ਰੱਖਾਂਗੇ। ਜੋ ਵੀਰ ਜੀ ਨੇ ਕੀਮਤੀ ਢੰਗ ਨਾਲ ਜਿਹੜੀ ਵਿਚਾਰ ਵੀਰ ਜੀ ਨੇ ਇੰਨਾ ਟਾਈਮ ਲਗਾ ਕੇ ਔਰ 15 ਸਾਲ ਪਹਿਲੇ ਉਹ ਵਿਚਾਰ ਰੱਖੇ ਨੇ ਪਰ ਉਹ ਅੱਜ ਵੀ ਉਨੇ ਹੀ ਨਵੇਂ ਨੇ ਜਿਵੇਂ ਸੱਚ ਪੁਰਾਣਾ ਨਾ ਥੀਏ ਵਾਲੀ ਗੱਲ ਜਿਹੜੀ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਲੋਕ ਸੰਗਤਾਂ ਨੂੰ ਉਹ ਸੰਗਤਾਂ ਦੀ ਮੁੱਖ ਡਿਮਾਂਡ ਨੂੰ ਰੱਖਦੇ ਹੀ ਅਸੀਂ ਉਸ ਤੇ ਵਰਕ ਕਰਨਾ ਸ਼ੁਰੂ ਕੀਤਾ ਸੀਗਾ। ਸੰਗਤਾਂ ਵੱਲੋਂ ਬੁਲਾਰਾ ਸੀਗਾ ਕਿ ਅਸੀਂ ਉਹ ਸੰਗਤਾਂ ਦੇ ਸਾਹਮਣੇ ਰੱਖੀਏ ਤੇ ਅਸੀਂ ਬਹੁਤ ਜਲਦੀ ਹੀ ਉਸ ਤੇ ਮੋਸਟ ਪ੍ਰੋਬਬਲੀ ਨੈਕਸਟ ਵੀਕ ਅਸੀਂ ਉਸ ਨੂੰ ਕੰਪਲੀਟ ਕਰ ਲਾਂਗੇ ਤੇ ਉਸ ਨੂੰ ਅਸੀਂ ਸੰਗਤਾਂ ਦੇ ਸਾਹਮਣੇ ਪੇਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ